ਆਸ਼ਕ ਸ੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਸ੍ਰੀ ਹਰਿ ਕ੍ਰਿਸ਼ਨ ਮਨਾਏ ਬਹੋਰੀ ਤੇਗ ਬਹਾਦਰ ਪਰਮ ਕਿਰਪਾਲਾ ਗੁਰ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ ਧਰਮ ਧਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ ਬੰਦੋਂ ਬਾਰ ਬਾਰ ਜਗਦੀਸ਼ਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਿਕ ਭਗਤ ਵੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਬੇਕੰਕਾਰਾ ਸਤਿਗੁਰੂ ਤੇਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਸਾਂ ਪਾਤਸ਼ਾਹੀਆਂ ਦੀ ਜੋਤ ਤਖਤ ਚੌਰ ਸ਼ਤਰ ਦੇ ਮਾਲਕ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੀ ਅਪਰ ਅਪਾਰ ਕਿਰਪਾ ਰਹਿਮਤ ਦਾ ਸਦਕਾ ਜਗਤ ਗੁਰੂ ਜਾਹਰ ਪੀਰ ਜਗਤ ਗੁਰ ਬਾਬਾ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੇ ਪਾਵਨੇ ਅਸਥਾਨ ਗੁਰਦੁਆਰਾ ਸ੍ਰੀ ਡੇਰ ਸਾਹਿਬ ਜੀ ਵਿਖੇ ਗੁਰੂ ਚਰਨਾਂ ਦੀ ਹਾਜ਼ਰੀ ਭਰ ਰਹੀ ਗੁਰੂ ਕੀ ਸਾਜੀ ਨਵਾਜੀ ਹੋਈ ਸਾਧ ਸੰਗਤ ਜੀਓ, ਗਰੀਬ ਨਵਾਜ ਸਾਹਿਬ ਜੀ ਨੇ ਕਿਰਪਾ ਕੀਤੀ ਹੈ, ਆਪਣੇ ਅੰਮ੍ਰਿਤਮਈ ਦਰਸ਼ਨ ਬਖਸ਼ਿਸ਼ ਕੀਤੇ। ਸਤ ਸੰਗਤ ਦਾ ਅਮੋਲਕ ਸੁਭਾਗਾ ਸਮਾਂ ਪ੍ਰਾਪਤ ਹੋਇਆ ਹੈ। ਲੜੀਵਾਰ ਰੂਪ ਦੇ ਵਿੱਚ ਸਤਿਗੁਰਾਂ ਦੇ ਪਾਵਨੇ ਅਸਥਾਨ ਤੇ ਕਲਗੀਧਰ ਪਾਤਸ਼ਾਹ ਅੰਮ੍ਰਿਤ ਕੇ ਦਾਤੇ ਪੰਥ ਕੇ ਵਾਲੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਤਿਗੁਰਾਂ ਦਾ ਪਵਿੱਤਰ ਇਤਿਹਾਸ ਗਾਥਾ ਚੱਲ ਰਹੀ ਹੈ। ਜਿਵੇਂ ਸਤਿਗੁਰੂ ਗਰੀਬ ਨਵਾਜ ਸਾਹਿਬ ਜੀ ਮਾਲਵੇ ਦੇ ਇਲਾਕੇ ਵਿੱਚ ਬਖਸ਼ਿਸ਼ਾਂ ਵਰਤਾ ਰਹੇ ਹਨ। ਸਤਿਗੁਰੂ ਜੀ ਸਾਬੋ ਕੀ ਤਲਵੰਡੀ ਪਹੁੰਚੇ ਹੋਏ ਹਨ, ਜਿਸ ਥਾਂ ਤੇ ਭਾਈ ਡੱਲੇ ਜੀ ਨੇ ਮਹਾਨ ਸੇਵਾ ਕੀਤੀ ਹੈ, ਗੁਰੂ ਦੀਆਂ ਖੁਸ਼ੀਆਂ ਲਈਆਂ ਹਨ। ਸਤਿਗੁਰੂ ਜੀ ਨੇ ਉੱਥੇ ਪੜਾਅ ਕੀਤਾ ਹੋਇਆ ਹੈ ਔਰ ਸਭ ਇਲਾਕੇ ਦੀਆਂ ਸੰਗਤਾਂ ਸਾਬੋ ਕੀ ਤਲਵੰਡੀ ਪਹੁੰਚ ਕਰਕੇ ਸਤਿਗੁਰੂ ਦਸ਼ਮੇਸ਼ ਪਾਤਸ਼ਾਹ ਜੀ ਦੇ ਦਰਸ਼ਨ ਕਰਦੀਆਂ, ਸਤਿਗੁਰੂ ਜੀ ਦੇ ਪਾਵਨ ਪਵਿੱਤਰ ਬਚਨ ਸਰਵਣ ਕਰਦੀਆਂ, ਗੁਰੂ ਕਾ ਅੰਮ੍ਰਿਤ ਛਕ ਕੇ ਗੁਰੂ ਕੀ ਸਿੱਖੀ ਧਾਰਨ ਕਰਦੀਆਂ ਸੰਗਤਾਂ। ਜਿਵੇਂ ਸਾਧ ਸੰਗਤ ਜੀ ਮਹਾਰਾਜ ਸਾਹਿਬ ਜੀ ਦੇ ਪਾਸ ਭਾਈ
ਭਗਤੂ ਜੀ ਦਾ ਪੁੱਤਰ ਭਾਈ ਗੌਰਾ ਹੋਇਆ ਤੇ ਭਾਈ ਗੌਰੇ ਦਾ ਪੁੱਤਰ ਭਾਈ ਦਿਆਲ ਦਾਸ ਹੋਇਆ। ਉਹ ਭਾਈ ਦਿਆਲ ਦਾਸ ਮਹਾਰਾਜ ਸਾਹਿਬ ਜੀ ਦੇ ਪਾਸ ਆਇਆ ਸੀ। ਸਤਿਗੁਰੂ ਜੀ ਨੇ ਉਸ ਨੂੰ ਬਚਨ ਕੀਤਾ ਸੀ ਕਿ ਭਾਈ ਤੂੰ ਅੰਮ੍ਰਿਤ ਛਕ ਕੇ ਦਿਆਲ ਦਾਸ ਤੋਂ ਦਿਆਲ ਸਿੰਘ ਬਣ। ਪਰ ਉਸਨੇ ਗੁਰੂ ਸਾਹਿਬ ਜੀ ਦਾ ਬਚਨ ਨਹੀਂ ਮੰਨਿਆ। ਕਹਿਣ ਲੱਗਾ ਕਿ ਅਸੀਂ ਤਾਂ ਪਿਤਾ ਦਾਦੇ ਤੋਂ ਹੀ ਸਿੱਖ ਹਾਂ, ਅਸੀਂ ਸਾਰੇ ਗੁਰੂ ਸਾਹਿਬਾਂ ਦੀ ਕਿਰਪਾ ਪ੍ਰਾਪਤ ਹੈ, ਸਾਰੇ ਵੱਡੇ ਗੁਰੂ ਸਾਹਿਬ ਕਿਰਪਾ ਕਰਦੇ ਰਹੇ ਹਨ। ਮਹਾਰਾਜ ਸਾਹਿਬ ਜੀ ਨੇ ਫੇਰ ਬਚਨ ਕੀਤਾ ਕਿ ਅਸੀਂ ਖਾਲਸਾ ਪੰਥ ਸਾਜਿਆ ਹੈ, ਇਸ ਕਰਕੇ ਜਿਹੜਾ ਇਹ ਖਾਲਸੇ ਪੰਥ ਵਿੱਚ ਸ਼ਾਮਲ ਹੁੰਦਾ ਹੈ, ਇਸ ਜਹਾਜ਼ ਤੇ ਚੜ੍ਹਦਾ ਹੈ, ਉਹ ਕੀੜੀ ਤੋਂ ਹਾਥੀ ਬਣ ਜਾਂਦਾ ਹੈ, ਗਿੱਦੜ ਤੋਂ ਸ਼ੇਰ ਬਣ ਜਾਂਦਾ ਹੈ। ਇਸ ਕਰਕੇ ਤੂੰ ਸਿੰਘ ਬਣ ਕੇ ਤੇ ਸ਼ੇਰ ਬਣ, ਇਹ ਮਸੰਦੀ ਦੀ ਰੀਤ ਛੱਡ। ਇਹਨੇ ਫੇਰ ਬਚਨ ਵਰਜ ਦਿੱਤਾ, ਹਟਾ ਦਿੱਤਾ। ਤੇ ਫਿਰ ਮਹਾਰਾਜ ਸਾਹਿਬ ਜੀ ਨੇ ਆਖਿਆ ਵੀ ਜਿਸ ਵੇਲੇ ਢਿੱਲੇ ਮੱਠੇ ਹੋਣਗੇ ਨਾ ਪੰਥ ਦੇ ਵਿੱਚ, ਤੂੰ ਉਹਨਾਂ ਤੋਂ ਅੰਮ੍ਰਿਤ ਛਕੇਂਗਾ। ਐਸਾ ਬਚਨ ਗਰੀਬ ਨਵਾਜ਼ ਸਾਹਿਬ ਜੀ ਨੇ ਕੀਤਾ। ਫਿਰ ਸਾਧ ਸੰਗਤ ਜੀ ਇਸੇ ਤਰ੍ਹਾਂ ਭਾਈ ਭਗਤੂ ਜੀ ਦਾ ਜਿੱਥੇ ਇੱਕ ਪੁੱਤਰ ਸੀ ਭਾਈ ਗੌਰਾ ਤੇ ਦੂਸਰਾ ਪੁੱਤਰ ਸੀ ਭਾਈ ਜੀਵਨ। ਇਹ ਭਾਈ ਜੀਵਨ ਨੇ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਦੇ ਮੌਕੇ ਤੇ ਇੱਕ ਬ੍ਰਾਹਮਣ ਦੇ ਪੁੱਤਰ ਨੂੰ ਜ਼ਿੰਦਗੀ ਬਖਸ਼ਣ ਵਾਸਤੇ ਆਪਣਾ ਸਰੀਰ ਤਿਆਗਿਆ ਸੀ। ਇਹ ਕੱਲ ਸਾਰੀ ਸਾਡੀ ਬੇਨਤੀ ਸਾਂਝੀ ਕੀਤੀ ਸੀ। ਜਿਵੇਂ ਕਰਤਾਰਪੁਰ ਸਾਹਿਬ ਦੇ ਵਿੱਚ ਉਹ ਬ੍ਰਾਹਮਣ ਦਾ ਪੁੱਤਰ ਚੜ੍ਹਾਈ ਕਰ ਗਿਆ ਸੀ ਤੇ ਉਸਨੇ ਆ ਕਰਕੇ ਗੁਰੂ ਹਰਿਰਾਏ ਸਾਹਿਬ ਮਹਾਰਾਜ ਸਾਹਿਬ ਜੀ ਦੇ ਚਰਨਾਂ 'ਚ ਬੇਨਤੀ ਕੀਤੀ ਸੀ, ਬ੍ਰਾਹਮਣ ਨੇ ਤੇ ਉਹਦੇ ਘਰ ਵਾਲੇ ਨੂੰ, ਕਿ ਮਹਾਰਾਜ ਸਾਡਾ ਪੁੱਤਰ ਜਿਉਂਦਾ ਕਰੋ। ਸਿੱਖਾਂ ਨੇ ਮਹਾਰਾਜ ਨੂੰ ਆਖਿਆ ਮਹਾਰਾਜ ਕਿਰਪਾ ਕਰ ਦਿਓ, ਇਹਦਾ ਪੁੱਤਰ ਜਿਉਂਦਾ ਕਰ ਦਿਓ। ਤੇ ਫਿਰ ਸਤਿਗੁਰੂ ਜੀ ਨੇ ਕਿਹਾ ਸੀ ਵੀ ਤੁਸੀਂ ਵਾਰ-ਵਾਰ ਸਿਫਾਰਿਸ਼ਾਂ ਕਰਦੇ ਹੋ, ਪਰਮੇਸ਼ਰ ਦੇ ਭਾਣੇ ਦੇ ਵਿੱਚ ਦਖਲਅੰਦਾਜ਼ੀ ਦਿੰਦੇ ਹੋ, ਤੇ ਜੇ ਬ੍ਰਾਹਮਣ ਦਾ ਪੁੱਤਰ ਜਿਉਂਦਾ ਕਰਾਉਣਾ ਚਾਹੁੰਦੇ ਹੋ ਤੇ ਆਪਣੇ ਵਿੱਚੋਂ ਇੱਕ ਜਣਾ ਫਿਰ ਸਰੀਰ ਛੱਡੋ। ਫਿਰ ਸਾਰੇ ਨੀਵੀਆਂ ਪਾ ਗਏ ਸੀ। ਫਿਰ ਇਹ ਸਾਧ ਸੰਗਤ ਜੀ ਭਾਈ ਜੀਵਨ ਨੇ ਜਾ ਕਰਕੇ ਆਪਣਾ ਸਰੀਰ ਤਿਆਗਿਆ ਸੀ ਤੇ ਬ੍ਰਾਹਮਣ ਦਾ ਪੁੱਤਰ ਜਿਉਂਦਾ ਹੋ ਗਿਆ ਸੀ। ਔਰ ਇਹ ਵਿਸਾਖੀ ਵਾਲਾ ਦਿਨ ਸੀ ਇਹ। ਤੋ ਇਸ ਤਰ੍ਹਾਂ ਗਰੀਬ ਨਵਾਜ਼ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ। ਫਿਰ ਮਹਾਰਾਜ ਸਾਹਿਬ ਜੀ ਨੇ ਵੇਖਿਆ ਵੀ ਕਿਹੜੇ ਸਿੱਖ ਨੇ ਸਰੀਰ ਤਿਆਗਿਆ, ਤੇ ਭਾਈ ਜੀਵਨ ਸਰੀਰ ਤਿਆਗ ਗਿਆ। ਫਿਰ ਇਹਨਾਂ ਦੇ ਸਾਧ ਸੰਗਤ ਜੀ ਉਸ ਵੇਲੇ ਪਤਨੀ ਦੇ ਉਦਰ ਦੇ ਵਿੱਚ ਇਹਨਾਂ ਦਾ ਪੁੱਤਰ ਪੈਦਾ ਹੋਣ ਵਾਲਾ ਸੀ। ਮਹਾਰਾਜ ਨੇ ਬਚਨ ਕੀਤਾ ਵੀ ਇਹਨਾਂ ਦੇ ਅੱਗੇ ਕੋਈ ਹੈ ਸੰਤਾਨ? ਆਖਿਆ ਜੀ ਇਹਨਾਂ ਦੇ ਪਤਨੀ ਦੇ ਉਦਰ ਦੇ ਵਿੱਚ ਹੈ ਇਹਨਾਂ ਦੀ ਸੰਤਾਨ, ਹਲੇ ਬਾਲਕ ਜਨਮਿਆ ਨਹੀਂ। ਤੇ ਮਹਾਰਾਜ ਨੇ ਗੁਰੂ ਹਰਿਰਾਏ ਸਾਹਿਬ ਜੀ ਨੇ ਬਚਨ ਕੀਤਾ ਸੀ ਵੀ ਉਸ ਬਾਲਕ ਤੋਂ ਜਿਹੜੀ ਸੰਤਾਨ ਪੈਦਾ ਹੋਣ ਵਾਲੀ ਨਾ, ਇਹਨਾਂ ਦੀ ਬੰਸ ਬਹੁਤ ਵਧੇਗੀ, ਭਾਈ ਜੀਵਨ ਦੀ ਬੰਸ ਬਹੁਤ ਵਧੇਗੀ। ਤਾਂ ਉਹ ਫਿਰ ਬਖਸ਼ਿਸ਼ ਮਹਾਰਾਜ ਸਾਹਿਬ ਜੀ ਦੀ ਹੋਈ ਤੇ ਕਈਆਂ ਪਿੰਡਾਂ ਵਿੱਚ ਭਾਈ ਜੀਵਨ ਦੀ ਉਹ ਬੰਸ ਸਾਧ ਸੰਗਤ ਜੀ ਵਸਦੀ ਹੈ। ਤਾਂ ਇਸ ਤਰ੍ਹਾਂ ਇੱਥੇ ਜ਼ਿਕਰ ਆਇਆ ਸੀ ਗੱਲ ਕਿ ਭਾਈ ਜੀਵਨ ਤਾਂ ਸਰੀਰ ਤਿਆਗ ਗਿਆ ਸੀ, ਇਹਨਾਂ ਦੀ ਫਿਰ ਬੰਸ ਅੱਗੇ ਬਹੁਤ ਵਧੀ। ਮਹਾਰਾਜ ਸਾਹਿਬ ਜੀ ਦਾ ਬਚਨ ਹੋਇਆ, ਵਿਪਰ ਪੁੱਤਰ ਕੋ ਤਬੈ ਜਿਵਾਇਓ, ਤਿਸ ਕੋ ਬੰਸ ਅਦਕ ਬਿਰਧਾਇਓ, ਗ੍ਰਾਮ ਚੱਕ ਤਿਸ ਮੈਂ ਕਰ ਬਾਸਾ, ਸੋ ਚੱਲ ਕਰ ਆਏ ਗੁਰ ਪਾਸਾ। ਚੱਕ ਨਾਮ ਦੇ ਪਿੰਡ ਦੇ ਵਿੱਚ ਵਸਦੇ ਆ ਭਾਈ ਜੀਵਨ ਦੀ ਬੰਸ ਵਾਲੇ ਗੁਰਮੁਖ ਪਿਆਰੇ। ਉਹ ਸਾਰੇ ਜਾਣੇ ਚੱਲ ਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਆਏ। ਸਾਧੂ ਕੀ ਤਲਵੰਡੀ ਇੱਥੋਂ ਅੱਗੇ ਲੜੀਵਾਰ ਕਥਾ ਆਰੰਭ ਹੁੰਦੀ ਹੈ। ਜਿਵੇਂ ਭਾਈ ਜੀਵਨ ਦੀ ਬੰਸ ਵਾਲੇ ਗੁਰਮੁਖ ਪਿਆਰੇ ਦਸ਼ਮੇਸ਼ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਵਾਸਤੇ ਆਏ, ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਦਾ ਧਿਆਨ ਧਰਦੇ ਹੋਏ ਆ ਸ਼ਰਧਾ ਭਾਵਨਾ ਸਹਿਤ ਸਰਵਣ ਕਰੀਏ। ਉਚਾਰਨ ਕਰੋ ਜੀ ਸਤਿਨਾਮ ਸ੍ਰੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਾਂ ਉਹਨਾਂ ਨੂੰ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਨੇ ਵੀ ਬਚਨ ਇਸੇ ਤਰ੍ਹਾਂ ਕੀਤਾ।
ਜਿਵੇਂ ਦਿਆਲਦਾਸ ਨੂੰ ਬਚਨ ਕੀਤਾ ਸੀ ਨਾ ਵੀ ਅੰਮ੍ਰਿਤ ਛਕੋ, ਇਸੇ ਤਰ੍ਹਾਂ ਭਾਈ ਜੀਵਨ ਜੀ ਦੇ ਜੋ ਪੋਤਰੇ ਆਏ ਸੀ ਚੱਲ ਕੇ ਸਾਧ ਸੰਗਤ ਜੀ ਮਹਾਰਾਜ ਦੀ ਸ਼ਰਨ ਵਿੱਚ, ਇਹ ਫਿਰ 4 ਜਾਣੇ ਚੱਲ ਕੇ ਆਏ ਸੀ, 4 ਪੁੱਤਰ ਭਾਈ ਜੀਵਨ ਜੀ। ਤਾਂ ਮਹਾਰਾਜ ਨੇ ਬਚਨ ਕੀਤਾ ਵੀ ਤੁਸੀਂ ਵੀ ਭਾਈ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਸਿੰਘ ਸੱਜ ਜਾਓ। ਇਹਨਾਂ ਨੇ ਬਚਨ ਮੰਨਿਆ, ਆਖਿਆ ਜੀ 7 ਬਚਨ, ਤੇ ਗੁਰੂ ਕਾ ਅੰਮ੍ਰਿਤ ਛਕਿਆ 5 ਪਿਆਰਿਆਂ ਤੇ ਅੰਮ੍ਰਿਤ ਛਕ ਕੇ ਸਿੰਘ ਬਣ ਗਏ। ਇਹਨਾਂ ਨੇ ਜਾਣਿਆ ਕਿ ਗੁਰੂ ਸਾਹਿਬ ਜੀ ਦੀ ਖੁਸ਼ੀ ਹੀ ਇਸ ਤਰ੍ਹਾਂ ਹੈ, ਜੇ ਅਸੀਂ ਅੰਮ੍ਰਿਤ ਛਕ ਕੇ ਸਿੰਘ ਸਜਾਂਗੇ ਤੇ ਤਾਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਸਾਨੂੰ ਖੁਸ਼ੀ ਪ੍ਰਾਪਤ ਹੋਵੇ। ਅੱਗੇ ਦਿਆਲਦਾਸ ਬਿਨਾਂ ਖੁਸ਼ੀ ਤੋਂ ਹੀ ਚਲੇ ਗਿਆ। ਇਹਨਾਂ ਜਾਣਿਆ ਮਹਾਰਾਜ ਸਾਹਿਬ ਜੀ ਦੀ ਖੁਸ਼ੀ ਇਸ ਤਰ੍ਹਾਂ, ਇਸ ਕਰਕੇ ਅਸੀਂ ਤਾਂ ਸਿੱਖ ਹਾਂ, ਸਾਡਾ ਤੇ ਫਰਜ਼ ਬਣਦਾ ਹੈ ਗੁਰੂ ਸਾਹਿਬ ਜੀ ਦੀ ਆਗਿਆ 'ਚ ਚੱਲਣਾ। ਸਿੱਖ ਹੁੰਦਾ ਹੀ ਉਹ ਹੈ। ਇਹਨਾਂ ਸਮਝਿਆ ਸੋ ਸਿੱਖ ਸਕਾ ਬੰਧਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ, ਆਪਣੇ ਭਾਣੇ ਜੋ ਚੱਲੇ ਭਾਈ ਵਿਛੜ ਚੋਟਾਂ ਖਾਵੇ। ਗੁਰ ਸਿੱਖ ਮੀਤ ਚੱਲੋ ਗੁਰ ਚਾਲਦੀ, ਜੋ ਗੁਰ ਕਹੈ ਸੋਈ ਭਲ ਮਾਨਹੁ, ਹਰ ਹਰ ਕਥਾ ਨਿਰਾਲੀ। ਤਾਂ ਸਤਿਗੁਰੂ ਜੀ ਦੀ ਖੁਸ਼ੀ ਜਾਣੀ ਇਹਨਾਂ ਨੇ, ਜਿਸ ਵਿਧੀ ਦੇ ਨਾਲ ਵੀ ਗੁਰੂ ਕੀ ਖੁਸ਼ੀ ਮਿਲੇ ਸਾਨੂੰ ਉਹੀ ਵਿਧੀ ਕਰਨੀ ਚਾਹੀਦੀ ਹੈ, ਉਸੇ ਮਰਿਆਦਾ 'ਚ ਆਉਣਾ ਚਾਹੀਦਾ ਹੈ। ਇਸ ਕਰਕੇ ਗੁਰੂ ਸਾਹਿਬ ਜੀ ਦੀ ਆਗਿਆ ਹੋਈ ਵੀ ਖੰਡੇ ਕੀ ਪੌਲ ਲਓ ਭਾਈ, ਤਾਂ ਇਹਨਾਂ ਨੇ ਖੰਡੇ ਦੀ ਪੌਲ ਲਈ, ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਗੁਰੂ ਕੀ ਖੁਸ਼ੀ ਲਈ। ਤਾਂ ਇੱਕ ਦਾ ਨਾਮ ਫਿਰ ਮਹਾਰਾਜ ਨੇ ਰਖਾਇਆ ਹੈ ਭਾਈ ਰਾਮ ਸਿੰਘ। ਜਿਸ ਨੇ ਅੰਮ੍ਰਿਤ ਛਕਿਆ ਉਹਦਾ ਨਾਮ ਮਹਾਰਾਜ ਨੇ ਰਖਾ ਦਿੱਤਾ ਰਾਮ ਸਿੰਘ। ਤੇ ਦੂਸਰੇ ਦਾ ਨਾਮ ਮਹਾਰਾਜ ਸਾਹਿਬ ਜੀ ਨੇ ਰਖਾਇਆ ਹੈ ਭਾਈ ਫਤਿਹ ਸਿੰਘ। ਇਹ ਇੱਕ ਮਾਤਾ ਦੇ ਕੁੱਖ ਤੋਂ ਇਹ ਦੋਵੇਂ ਭਰਾ ਪੈਦਾ ਹੋਏ ਸਨ। ਇਸੇ ਤਰ੍ਹਾਂ ਜੋ ਦੂਸਰੇ ਸਨ ਇਹਨਾਂ ਦੀ ਮਤਰੇਈ ਮਾਂ, ਉਹਨਾਂ ਦੇ ਕੁੱਖ ਤੋਂ ਵੀ 2 ਸਨ। ਇੱਕ ਦਾ ਨਾਮ ਭਾਈ ਬਖਤੂ ਸਿੰਘ ਮਹਾਰਾਜ ਨੇ ਰਖਾਇਆ ਤੇ ਦੂਜੇ ਦਾ ਨਾਮ ਭਾਈ ਤਖਤੂ ਸਿੰਘ ਰਖਾਇਆ ਹੈ। ਇਹ ਜਾਣੋ ਕਿ ਭਾਈ ਜੀਵਨ ਦੇ ਇੱਥੇ ਸੁੱਤ ਦਾ ਅਰਥ ਤੇ ਪੁੱਤਰ ਹੁੰਦਾ ਹੈ, ਪਰ ਭਾਈ ਜੀਵਨ ਜੀ ਦਾ ਇੱਕੋ ਹੀ ਪੁੱਤਰ ਸੀ। ਇਹ 4 ਪੋਤਰੇ ਸਨ। ਅੱਗੇ ਸੁੱਤ ਜੀਵਨ 4 ਜਨ ਸਿੰਘ, ਇਹ 4 ਜਾਣੋ ਕਿ ਜਿਹੜੇ ਸਿੰਘ ਸੀ ਨਾ ਇਹ ਭਾਈ ਜੀਵਨ ਜੀ ਦੇ ਪੋਤਰੇ ਸਨ। ਤੇ ਇਸੇ ਤਰ੍ਹਾਂ ਭਾਈ ਭਗਤੂ ਜੀ ਦੇ ਫਿਰ ਇਹ ਪੜਪੋਤੇ ਲੱਗੇ ਸਾਧ ਸੰਗਤ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਲਿਖਿਆ ਹੈ ਕਿ ਕਵੀ ਜੀ ਪਿੱਛੇ ਦੱਸ ਕੇ ਆਏ ਹਨ ਕਿ ਭਾਈ ਜੀਵਨ ਜੀ ਦੇ ਚਲਾਣੇ ਤੋਂ ਬਾਅਦ ਜੋ ਉਹਨਾਂ ਦੇ ਘਰੇ ਸੰਤਾਨ ਪੈਦਾ ਹੋਈ, ਉਹਨਾਂ ਦਾ ਨਾਮ ਸੀ ਭਾਈ ਸੰਤ ਦਾਸ ਜੀ। ਤਾਂ ਇਸ ਤਰੀਕੇ ਦੇ ਨਾਲ ਉਹ ਇੱਕੋ ਹੀ ਪੁੱਤਰ ਸਨ ਭਾਈ ਜੀਵਨ ਜੀ ਦੇ, ਜੋ ਉਹਨਾਂ ਦੇ ਚਲਾਣੇ ਤੋਂ ਬਾਅਦ ਵਿੱਚ ਪੈਦਾ ਹੋਏ ਸੀ। ਤੇ ਇਹ ਅੱਗੇ ਫਿਰ ਉਹਨਾਂ ਦੇ 4 ਪੋਤਰੇ ਸਨ ਜਿਨ੍ਹਾਂ ਨੇ ਅੰਮ੍ਰਿਤ ਛਕ ਕੇ ਫਿਰ ਸਿੰਘ ਸਜਣਾ ਕੀਤਾ। ਸਾਬੋ ਕੀ ਤਲਵੰਡੀ। ਇਸ ਤਰ੍ਹਾਂ ਨੇੜੇ ਦੇ ਨਗਰਾਂ ਦੇ ਵਿੱਚ ਹੀ ਇਹਨਾਂ ਦਾ ਵਾਸਾ ਸੀ। ਸੋ ਗੁਰਮੁਖਾਂ ਨੇ, ਮਹਾਂਪੁਰਖਾਂ ਨੇ ਦੱਸਿਆ ਹੈ ਕਿ ਭਾਈ ਜੀਵਨ ਜੀ ਦੀ ਜਿਹੜੀ ਬੰਸ ਫਿਰ ਇੰਨੀ ਵਧੀ, ਉਹ 8-10 ਪਿੰਡਾਂ ਦੇ ਵਿੱਚ ਵਾਸਾ ਹੋਇਆ ਫਿਰ ਸਾਧ ਸੰਗਤ ਜੀ। ਤਾਂ ਇਹ ਨੇੜੇ ਦੇ ਪਿੰਡਾਂ ਦੇ ਵਿੱਚ ਇਹਨਾਂ ਦਾ ਵਾਸਾ ਹੈ। ਤੇ ਗੁਰੂ ਸਾਹਿਬ ਜੀ ਦੇ ਪਾਸ ਇਹ ਆਉਂਦੇ ਆ ਜਾਂਦੇ ਆ, ਵਾਰ-ਵਾਰ ਆਉਂਦੇ ਜਾਂਦੇ ਰਹਿੰਦੇ ਆ। ਸਾਬੋ ਕੀ ਤਲਵੰਡੀ ਹੁਣ ਅੰਮ੍ਰਿਤ ਛਕ ਕੇ ਸਿੰਘ ਸਜ ਗਏ ਨੇ, ਤੇ ਸਾਬੋ ਕੀ ਤਲਵੰਡੀ ਗੁਰੂ ਸਾਹਿਬ ਜੀ ਦੇ ਪਾਸ ਹੀ ਆਉਂਦੇ ਜਾਂਦੇ ਹਨ। ਤੇ ਸਤਿਗੁਰੂ ਜੀ ਨੇ ਜਦੋਂ ਕੁਝ ਮਹੀਨੇ ਇੱਥੇ ਬਤੀਤ ਕੀਤੇ, ਕਿਉਂਕਿ ਮਹਾਰਾਜ ਸਾਹਿਬ ਜੀ ਇੱਥੇ ਸਾਧ ਸੰਗਤ ਜੀ ਲੰਮਾ ਸਮਾਂ ਠਹਿਰੇ ਹਨ। ਸਾਬੋ ਕੀ ਤਲਵੰਡੀ 9 ਮਹੀਨਿਆਂ ਤੋਂ ਵੱਧ ਸਮਾਂ ਤੇ ਮਹਾਰਾਜ ਜੀ ਨੇ ਬਾਣੀ ਲਿਖਾਉਣ ਤੇ ਬਾਣੀ ਦੀ ਕਥਾ ਸਰਵਣ ਕਰਾਉਣ ਤੇ ਹੀ ਲਾਇਆ। 9 ਮਹੀਨੇ 9 ਦਿਨ 9 ਘੜੀਆਂ 9 ਪਲ ਦਾ ਜ਼ਿਕਰ ਇਤਿਹਾਸ ਦੇ ਵਿੱਚ ਆਉਂਦਾ। ਜੋ ਮਹਾਰਾਜ ਸਾਹਿਬ ਜੀ ਨੇ ਆਪਣੇ ਮੁਖਾਰ ਬਿੰਦ ਤੋਂ ਬਾਣੀ ਉਚਾਰਨ ਕਰਕੇ ਭਾਈ ਮਣੀ ਸਿੰਘ ਜੀ ਤੋਂ ਲਿਖਾਈ ਤੇ
ਭਾਈ ਸਾਹਿਬ ਭਾਈ ਮਣੀ ਸਿੰਘ ਜੀ, ਬਾਬਾ ਦੀਪ ਸਿੰਘ ਸਾਹਿਬ ਆਦਿ 48 ਸਿੰਘਾਂ ਨੂੰ ਸੰਪੂਰਨ ਅਰਥ ਸੁਣਾਏ ਸਨ। ਤਾਂ ਉਹਦੇ ਤੋਂ ਪਹਿਲਾਂ ਮਹਾਰਾਜ ਸਾਹਿਬ ਜੀ ਇੱਥੇ ਪਹੁੰਚੇ, ਬਾਅਦ ਵਿੱਚ ਵੀ ਇੱਥੇ ਕੋਈ ਸਮਾਂ ਠਹਿਰੇ ਹਨ। ਇਸ ਤਰ੍ਹਾਂ ਜਦੋਂ ਕੁਝ ਮਹੀਨੇ ਸਤਿਗੁਰੂ ਜੀ ਨੇ ਸਾਬੋ ਕੀ ਤਲਵੰਡੀ ਬਤੀਤ ਕੀਤੇ ਤੇ ਚੌਹਾਂ ਦਿਸ਼ਾਵਾਂ ਤੋਂ ਹੀ ਸਿੱਖ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਆਏ। ਚੜ੍ਹਦੇ ਹੋ ਲਹਿੰਦੇ ਹੋ ਦੱਖਣੋਂ ਪਹਾੜੋਂ, ਹਮੇਸ਼ਾ ਹੀ ਮਾਈਆਂ ਭਾਈਆਂ ਦੀ ਭੀੜ ਲੱਗੀ ਰਹਿੰਦੀ ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ। ਸਾਬੋ ਕੀ ਤਲਵੰਡੀ ਵੱਡੀ ਭਾਰੀ ਗਿਣਤੀ ਦੇ ਵਿੱਚ ਸੰਗਤਾਂ ਹਜ਼ਾਰਾਂ ਦੀ ਗਿਣਤੀ ਵਿੱਚ ਰੋਜ਼ ਦਰਸ਼ਨ ਕਰਨ ਵਾਸਤੇ ਆਉਂਦੀਆਂ, ਦਰਸ਼ਨ ਕਰਕੇ ਉਪਦੇਸ਼ ਲੈ ਕੇ ਵਾਪਸ ਜਾਂਦੀਆਂ। ਸਿਰਫ ਦਰਸ਼ਨਾਂ ਦੇ ਵਾਸਤੇ, ਦਰਸ਼ਨਾਂ ਦੇ ਪ੍ਰੇਮੀ ਬਣ ਕੇ ਵਿਸ਼ੇਸ਼ ਕਰਕੇ ਸੰਗਤਾਂ ਦੇ ਜਥੇ ਆਉਂਦੇ ਤੇ ਮਹਾਰਾਜ ਸਾਹਿਬ ਜੀ ਨੂੰ ਆ ਕੇ ਮਿਲਦੇ ਤੇ ਨਾਨਾ ਪ੍ਰਕਾਰ ਦੀਆਂ ਭੇਟਾਵਾਂ ਗੁਰੂ ਦੀਆਂ ਸੰਗਤਾਂ ਲੈ ਕੇ ਆਉਂਦੀਆਂ ਮਹਾਰਾਜ ਸਾਹਿਬ ਜੀ ਨੂੰ ਅਰਪਣ ਕਰਨ ਵਾਸਤੇ। ਦੋਵੇਂ ਹੱਥ ਜੋੜ ਕੇ ਸੰਗਤਾਂ ਆਪਣੀਆਂ ਲਿਆਂਦੀਆਂ ਹੋਈਆਂ ਮਾਇਆ ਤਰ੍ਹਾਂ ਤਰ੍ਹਾਂ ਦੀਆਂ ਭੇਟਾਵਾਂ ਕਲਗੀਧਰ ਪਾਤਸ਼ਾਹ ਜੀ ਦੇ ਚਰਨਾਂ ਤੇ ਸਮਰਪਿਤ ਕਰ ਦਿੰਦੇ। ਮਹਾਰਾਜ ਸਾਹਿਬ ਜੀ ਨੂੰ ਭੇਟ ਕਰਦੀਆਂ ਸੰਗਤਾਂ, ਕੋਈ ਕੁਝ ਲੈ ਕੇ ਆਉਂਦਾ, ਕੋਈ ਕੁਝ ਲੈ ਕੇ ਆਉਂਦਾ, ਮਹਾਰਾਜ ਸਾਹਿਬ ਜੀ ਨੂੰ ਅਰਪਣ ਕਰਦੇ ਹਨ। ਇੱਕ ਦਿਨ ਦੀ ਗੱਲ ਹੈ ਸਾਧ ਸੰਗਤ ਜੀ, ਦਸ਼ਮੇਸ਼ ਪਾਤਸ਼ਾਹ ਜੀ ਦੀਵਾਨ ਵਿੱਚ ਸਜੇ ਬੈਠੇ ਹਨ ਤੇ ਆਪ ਜੀ ਨੇ ਆਪਣੇ ਸੁਭਾਏਮਾਨ ਮੁਖ ਤੋਂ ਬਚਨ ਕੀਤਾ ਹੈ। ਭਾਈ ਰਾਮ ਸਿੰਘ ਜੀ ਜੋ ਭਾਈ ਜੀਵਨ ਜੀ ਦੇ ਕੁਲ ਦੇ ਵਿੱਚੋਂ ਹਨ, ਭਾਈ ਭਗਤੂ ਜੀ ਦੇ ਖਾਨਦਾਨ ਦੇ ਵਿੱਚੋਂ, ਉਹਨਾਂ ਨਾਲ ਬਚਨ ਕੀਤਾ। ਮਹਾਰਾਜ ਕਹਿਣ ਲੱਗੇ, ਭਾਈ ਰਾਮ ਸਿੰਘ ਜੀ ਤੁਹਾਡੇ ਜੋ ਨਗਰ ਹਨ, ਮਹਾਰਾਜ ਕਹਿਣ ਲੱਗੇ ਅਸੀਂ ਤੁਹਾਡੇ ਨਗਰ ਵਿੱਚ ਆਉਣਾ ਚਾਹੁੰਦੇ, ਤੁਹਾਡੇ ਪਿੰਡ ਵਿੱਚ ਉਤਾਰਾ ਕਰਾਂਗੇ ਤੇ 1-2 ਰਾਤਾਂ ਉੱਥੇ ਰਵਾਂਗੇ ਤੁਹਾਡੇ ਨਗਰ ਦੇ ਵਿੱਚ। ਇਹ ਤੁਹਾਡਾ ਪਿੰਡ ਆ ਕੇ ਵੇਖਦੇ ਆ ਕਿਸ ਤਰ੍ਹਾਂ ਦਾ ਤੁਹਾਡਾ ਪਿੰਡ ਸੁੰਦਰ ਹੈ, ਕਿਹੋ ਜਿਹਾ ਤੁਹਾਡਾ ਨਗਰ ਹੈ ਸੋਹਣਾ। ਉਹ ਤੁਹਾਡੇ ਨਗਰ ਵਿੱਚ ਉਤਾਰਾ ਕਰਾਂਗੇ ਤੇ 1-2 ਰਾਤਾਂ ਰਵਾਂਗੇ ਤੁਹਾਡੇ ਨਗਰ ਦੇ ਵਿੱਚ। ਭਾਈ ਰਾਮ ਸਿੰਘ ਜੀ ਹੱਥ ਜੋੜ ਕਰਕੇ ਬੇਨਤੀ ਕਰਨ ਲੱਗੇ, ਕਹਿਣ ਲੱਗਾ ਮਹਾਰਾਜ ਸਾਡਾ ਨਗਰ ਇਸੇ ਹੀ ਇਲਾਕੇ ਵਿੱਚ ਹੈ, ਆ ਨੇੜੇ, ਤੇ ਮਹਾਰਾਜ ਸਾਡੇ ਪਿੰਡਾਂ ਦਾ ਹਾਲ ਇਸ ਤਰ੍ਹਾਂ ਦਾ ਵਾ ਵੀ ਰੇਤਾ ਬੜੀ ਉੱਡਦੀ, ਕਿਉਂਕਿ ਰੇਤਲਾ ਇਲਾਕਾ ਵਾ। ਉਹਨਾਂ ਦਿਨਾਂ ਤੇ ਜ਼ਿਆਦਾ ਹੀ ਰੇਤਾ ਸੀ। ਉਦੋਂ ਬਾਅਦ ਵਿੱਚ ਮਹਾਰਾਜ ਦੀਆਂ ਬਖਸ਼ਿਸ਼ਾਂ ਦੇ ਨਾਲ ਇਹ ਇਲਾਕਾ ਜਿਹੜਾ ਸਾਰਾ ਸਰਸਬਜ਼ ਹੋਇਆ ਵਾ। ਇਹ ਜੰਗਲ 'ਚ ਮੰਗਲ ਮਹਾਰਾਜ ਨੇ ਲਾਏ ਆ, ਮਾਲਵੇ ਨੂੰ ਮਾਲਾ ਮਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕੀਤਾ। ਨਹੀਂ ਤੇ ਪਹਿਲਾਂ ਟਿੱਬੇ ਤੇ ਰੇਤਾ, ਤੇ ਉਹ ਰੇਤਾ ਹੀ ਉੱਡਦੀ। ਹੁਣ ਵੀ ਰੇਤਾ ਤੇ ਹੈ, ਇਹ ਨਹੀਂ ਵੀ ਹੁਣ ਨਹੀਂ ਹੈ, ਪਰ ਹੁਣ ਉਧਰ ਨਹਿਰਾਂ ਵੀ ਚਲੇ ਗਈਆਂ ਤੇ ਬਹੁਤੀਆਂ ਮੋਟਰਾਂ ਲੱਗ ਗਈਆਂ ਤੇ ਖੇਤੀ ਹੁੰਦੀ ਹੈ। ਇਸ ਕਰਕੇ ਉਹ ਰੇਤਾ ਜਿਹੜਾ ਹੁਣ ਫਸਲਾਂ ਹੋਣ ਕਰਕੇ ਇੰਨਾ ਉੱਡਦਾ ਘੱਟ ਹੈ, ਪਰ ਫਿਰ ਵੀ ਜਿੱਥੇ ਜਿੱਥੇ ਟਿੱਬੇ ਟੁੱਬੇ ਹੈਗੇ ਉੱਥੇ ਉੱਡਦਾ ਹੀ ਆ ਹਵਾ ਵਿੱਚ। ਤਾਂ ਬੇਨਤੀ ਕੀਤੀ ਹੈ ਭਾਈ ਰਾਮ ਸਿੰਘ ਜੀ ਨੇ ਮਹਾਰਾਜ ਕਿ ਸਾਡੇ ਇਸ ਦੇਸ਼ ਦੇ ਵਿੱਚ ਰੇਤਾ ਬਹੁਤ ਜ਼ਿਆਦਾ ਹੈ। ਮਹਾਰਾਜ ਜਿਸ ਵੇਲੇ ਬਹੁਤ ਤਿੱਖੀ ਤੇਜ਼ ਤਪਸ਼ ਪੈਂਦੀ ਹੈ ਨਾ, ਧੁੱਪ ਲੱਗਦੀ ਹੈ ਤੇਜ਼, ਫਿਰ ਜਿੱਥੇ ਕਿੱਥੇ ਮਹਾਰਾਜ ਰੇਤਾ ਹੀ ਆ ਸਾਰੇ ਪਾਸੇ ਤੇ ਬਹੁਤ ਜ਼ਿਆਦਾ ਤਪ ਜਾਂਦਾ। ਕਿਉਂਕਿ ਆਪਾਂ ਵੇਖਦੇ ਹੀ ਹਾਂ ਜਿੱਥੇ ਜਿਹੜਾ ਇਲਾਕਾ ਰੇਤਲਾ ਹੋਵੇ ਤੇ ਫਿਰ ਗਰਮੀਆਂ ਦੇ ਦਿਨਾਂ ਵਿੱਚ ਰੇਤਾ ਦੇ ਉੱਤੋਂ ਦੀ ਲੰਘਿਆ ਨਹੀਂ ਜਾਂਦਾ, ਇੰਨੀ ਤਪ ਜਾਂਦਾ। ਆਖਿਆ ਮਹਾਰਾਜ ਜਿੱਥੇ ਕਿੱਥੇ ਬਹੁਤ ਜ਼ਿਆਦਾ ਦੀਰਘ, ਬਹੁਤ ਜ਼ਿਆਦਾ ਹੀ ਤਪ ਜਾਂਦੀ ਹੈ ਰੇਤਾ। ਫਿਰ ਮਹਾਰਾਜ ਜਿਹੜੀ ਹਵਾ ਹੈ ਉਹ ਵੀ ਧੀਰਜ ਦੂਰ ਕਰਨ ਵਾਲੀ ਵਗਦੀ ਹੈ। ਤੇ ਮਹਾਰਾਜ ਜਿਸ ਵੇਲੇ ਉਹ ਹਵਾ ਵਗਦੀ ਹੈ, ਇੱਕ ਤੇ ਰੇਤਾ ਤਪੀ ਹੁੰਦੀ ਹੈ ਧੁੱਪ ਦੇ ਨਾਲ ਬੜੀ ਜ਼ਿਆਦਾ, ਹਵਾ ਉਹਨੂੰ ਉਡਾ ਲੈਂਦੀ ਹੈ ਤੇ ਆਕਾਸ਼ ਤੀਕ ਚੜਾ ਦਿੰਦੀ ਹਵਾ ਉਡਾ ਕੇ, ਵੀ ਸਾਰੇ ਬੰਨੇ ਫਿਰ ਰੇਤਾ ਉੱਡਦੀ ਅੱਖਾਂ 'ਚ ਪੈਂਦੀ ਹੈ। ਬਹੁਤ
ਤੇਜ਼ ਰਫ਼ਤਾਰ ਦੇ ਨਾਲ ਜਦੋਂ ਹਵਾ ਮਾਰੇ ਵਹਿੰਦੀ ਹੈ ਨਾ, ਵਗਦੀ ਹੈ, ਤੇ ਬਹੁਤ ਦੁਖਦਾਈ ਹੈ। ਭਾਵ ਅੱਖਾਂ 'ਚ ਰੇਤਾ ਪੈਂਦਾ ਹੈ, ਸਾਰੇ ਮੂੰਹ ਕੰਨਾਂ 'ਚ ਸਭ ਪਾਸੇ ਪੈ ਜਾਂਦਾ ਹੈ। ਮਹਾਰਾਜ ਇਹੋ ਜਿਹਾ ਹੀ ਇਹ ਸਾਰਾ ਦੇਸ਼ ਆ ਸਾਡਾ, ਤੇ ਐਸੇ ਦੇਸ਼ ਵਿੱਚ ਹੀ ਮਹਾਰਾਜ ਸਾਡਾ ਨਗਰ ਹੈ। ਗਰੀਬ ਨਵਾਜ ਸਾਹਿਬ ਕਹਿਣ ਲੱਗੇ ਕਿ ਤੁਸੀਂ ਆਪਣੇ ਨਗਰ ਦੇ ਵਿੱਚ ਜਾ ਕੇ ਤਿਆਰੀ ਕਰੋ। ਭਾਵੇਂ ਰੇਤਾ ਵਾਲਾ ਵਾ ਤੁਹਾਡਾ ਪਿੰਡ, ਭਾਵੇਂ ਰੇਤਾ ਵਾਲਾ ਦੇਸ਼ ਹੈ, ਪਰ ਅਸੀਂ ਤੁਹਾਡੇ ਪਿੰਡ ਜਾਣਾ ਜ਼ਰੂਰ ਆ, ਵੇਖਣਾ ਤੁਹਾਡਾ ਪਿੰਡ ਕਿਹੋ ਜਿਹਾ। ਤੁਸੀਂ ਚੱਲ ਕੇ ਤਿਆਰੀ ਕਰੋ। ਮਹਾਰਾਜ ਕਹਿੰਦੇ ਇੱਕ ਵਾਰੀ ਤੇ ਜਾ ਕੇ ਹੁਣ ਭਾਈ ਰਾਮ ਸਿੰਘ ਤੇਰਾ ਪਿੰਡ ਵੇਖਾਂਗੇ। ਭਾਵੇਂ ਜਿੰਨਾ ਮਰਜ਼ੀ ਰੇਤਾ ਤਰਦੀ ਹੈ, ਜਿੰਨੀ ਮਰਜ਼ੀ ਹਵਾ ਵਗਦੀ, ਰੇਤਾ ਉੱਡਦੀ ਹੈ, ਪਰ ਤੇਰੇ ਪਿੰਡ ਇੱਕ ਵਾਰੀ ਜਾਵਾਂਗੇ। ਭਾਈ ਦਾ ਚੱਕ ਪਿੰਡ ਭਾਈ ਰਾਮ ਸਿੰਘ ਜੀ ਦਾ, ਭਾਈ ਜੀਵਨ ਦੀ ਬੰਸ। ਹਮਾਰੇ ਕਹਿੰਦੇ ਇੱਕ ਵਾਰੀ ਤੇਰੇ ਭਾਈ ਕੇ ਚੱਕ ਨਗਰ ਵਿੱਚ ਜਾਵਾਂਗੇ। ਸਤਿਗੁਰੂ ਜੀ ਦਾ ਹੁਕਮ ਹੋ ਗਿਆ, ਤੇ ਹੁਕਮ ਸੁਣ ਕਰਕੇ ਭਾਈ ਰਾਮ ਸਿੰਘ ਆਪਣੇ ਨਗਰ ਗਿਆ। ਤੇ ਨਗਰ ਵਿੱਚ ਜਾ ਕੇ ਆਪਣੇ ਸਾਰੇ ਨਗਰ ਨਿਵਾਸੀਆਂ ਨੂੰ ਕਹਿ ਦਿੱਤਾ ਕਿ ਭਾਈ ਤਿਆਰੀ ਕਰ ਲਈਏ, ਆਪਣੇ ਨਗਰ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਆ ਰਹੇ। ਵੇਖੋ ਸਤਿਗੁਰੂ ਜੀ ਦੀ ਮਹਿਮਾ, ਸਤਿਗੁਰੂ ਜੀ ਦੀ ਵਡਿਆਈ, ਗਰੀਬਾਂ ਨੂੰ ਨਿਵਾਜਣ ਵਾਲੇ ਸਤਿਗੁਰੂ। ਮਹਾਰਾਜ ਸਾਹਿਬ ਜੀ ਕਹਿੰਦੇ ਆ ਭਾਈ ਰਾਮ ਸਿੰਘ ਦੀ ਤਾਂ ਭਾਵਨਾ ਸੀ ਵੀ ਨਗਰ 'ਚ ਰੇਤਾ ਉੱਡਦੀ ਆ, ਗਰਮੀ ਦਾ ਮੌਸਮ ਆ, ਤੇ ਤੁਰਨ ਲੱਗਿਆ ਵੀ ਤਕਲੀਫ ਆ, ਤੇ ਉਤਰਾ ਵੀ ਅੱਖਾਂ 'ਚ ਵੀ ਪੈਂਦੀ ਹੈ ਰੇਤਾ, ਸਰੀਰ ਦੇ ਉੱਤੇ ਕੱਪੜਿਆਂ ਤੇ ਵੀ ਉੱਡ ਉੱਡ ਕੇ ਪੈਂਦੀ ਹੈ। ਇੱਥੇ ਮਾਰੇ ਆਨੰਦ ਨਾਲ ਸਜੇ ਸੰਗਤਾਂ ਹਜ਼ਾਰਾਂ ਦਰਸ਼ਨ ਕਰਨ ਵਾਸਤੇ ਆਉਂਦੀਆਂ, ਪਰ ਸਤਿਗੁਰੂ ਕਹਿੰਦੇ ਨਹੀਂ ਰਾਮ ਸਿੰਘਾ ਤੇਰੇ ਪਿੰਡ ਜਾਵਾਂਗੇ, ਕਰਾਂ ਵੇਖਾਂਗੇ ਤੇਰਾ ਨਗਰ। ਐਸੀ ਲਾਲ ਤੁਝ ਬਿਨ ਕੌਣ ਕਰੈ, ਗਰੀਬ ਨਿਵਾਜ ਗੁਸਈਆਂ ਮੇਰਾ, ਮਾਥੈ ਛਤਰ ਧਰੈ। ਜੋ ਗਰੀਬਾਂ ਨੂੰ ਵੀ ਨਿਵਾਜਣ ਵਾਲੇ, ਜਿਨ੍ਹਾਂ ਸਤਿਗੁਰਾਂ ਨੇ ਕਦੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਵੀ ਬਚਨ ਕਿਹਾ ਸੀ ਵੀ ਜਿਨ ਕੀ ਜਾਤ ਬਰਨ ਕੁਲ ਮਾਹੀ, ਸਰਦਾਰੀ ਨਾ ਭਈ ਕਦਾਹੀ, ਤਿਨ ਹੀ ਕੋ ਸਰਦਾਰ ਬਣਾਉ, ਤਵੈ ਗੋਬਿੰਦ ਸਿੰਘ ਨਾਮ ਕਹਾਉ। ਤੋ ਸਤਿਗੁਰੂ ਗਰੀਬਾਂ ਨੂੰ ਨਿਵਾਜਣ ਵਾਲੇ, ਤਾਂ ਹੀ ਤਾਂ ਸਤਿਗੁਰਾਂ ਨੂੰ ਗਰੀਬ ਨਿਵਾਜ ਸਤਿਗੁਰੂ ਕਿਹਾ ਜਾਂਦਾ ਹੈ। ਤਾਂ ਭਾਈ ਰਾਮ ਸਿੰਘ ਜੀ ਨੇ ਜਾ ਕੇ ਨਗਰ ਦੇ ਵਿੱਚ ਆਪਣੇ ਨਗਰ ਨਿਵਾਸੀਆਂ ਨੂੰ ਇਹ ਖਬਰ ਦਿੱਤੀ ਹੈ ਕਿ ਆਪਾਂ ਤਿਆਰੀ ਕਰੀਏ, ਸਤਿਗੁਰੂ ਜੀ ਆ ਰਹੇ ਹਨ। ਵੀ ਰੁੱਤ ਗਰਮੀ ਦੀ ਆ, ਤੇ ਆਪਾਂ ਠੰਡਾ ਥਾਂ ਬਣਾਉਣਾ ਗੁਰੂ ਸਾਹਿਬ ਜੀ ਨੂੰ ਬਿਠਾਉਣ ਵਾਸਤੇ। ਠੰਡਾ ਵਧੀਆ ਥਾਂ ਆਪਾਂ ਕਰਨਾ, ਜਿੱਥੇ ਸਤਿਗੁਰੂ ਜੀ ਦਾ ਆਸਣ ਲਵਾਉਣਾ ਆਪਾਂ। ਰੁੱਤ ਤਾਂ ਅੱਤ ਦੀ ਗਰਮੀ ਦੀ ਆ, ਪਰ ਗਰਮੀ ਰੁੱਤ ਦੇ ਵਿੱਚ ਜੋ ਠੰਡਾ ਥਾਂ ਹੈ। ਇਸ ਤਰ੍ਹਾਂ ਭਾਈ ਰਾਮ ਸਿੰਘ ਉਹ ਬਣਾਉਣ ਲੱਗ ਪਏ ਵੀ ਮਹਾਰਾਜ ਸਾਹਿਬ ਜੀ ਵਾਸਤੇ ਚੰਗਾ ਹੀ ਠੰਡਾ ਵਧੀਆ ਠੰਡਾ ਥਾਂ ਬਣਾਉਣਾ ਹੈ। ਇਸ ਥਾਂ ਦੇ ਉੱਤੇ ਗੁਰੂ ਜੀ ਦਾ ਆਸਣ ਲਵਾਉਣਾ ਸੀ ਨਾ, ਤੇ ਚਾਰ ਚੁਫੇਰੇ ਉਸ ਵੇਲੇ ਝਾੜੀਆਂ, ਘਾਹ ਆਦਿਕ ਜਿਹੜਾ ਉਹ ਲਾਇਆ ਗਿਆ, ਝਾੜੀਆਂ ਲਾਈਆਂ ਗਈਆਂ, ਤੇ ਵਿਚਕਾਰ ਜਿਹੜਾ ਨਾ ਛੋਟਾ ਜਿਹਾ ਥਾਂ ਬੈਠਣ ਵਾਸਤੇ ਰੱਖਿਆ ਹੈ। ਤੇ ਜਿੱਥੇ ਗੁਰੂ ਸਾਹਿਬ ਜੀ ਨੂੰ ਬਿਠਾਉਣਾ ਸੀ ਨਾ, ਉੱਥੇ ਫਿਰ ਮੋਟਾ ਰੇਤਾ ਲਿਆ ਕੇ ਵਿਛਾਇਆ। ਮੋਟਾ ਰੇਤਾ, ਇੱਕ ਬਰੀਕ ਰੇਤ ਹੁੰਦੀ ਹੈ ਤੇ ਇੱਕ ਮੋਟੀ ਰੇਤ ਹੁੰਦੀ, ਉਹ ਮੋਟਾ ਰੇਤਾ ਲਿਆ ਕੇ ਵਿਛਾਇਆ ਥੱਲੇ। ਤੇ ਵਾਰ-ਵਾਰ ਮੋਟੇ ਰੇਤੇ ਦੇ ਉੱਤੇ ਪਾਣੀ ਛਿੜਕਿਆ, ਕਿਉਂਕਿ ਰੇਤ ਤਪਦੀ ਵੀ ਬੜੀ ਆ, ਤੇ ਜੇ ਰੇਤ ਤੇ ਪਾਣੀ ਪੈ ਜਾਵੇ ਤੇ ਫਿਰ ਠੰਡੀ ਵੀ ਬੜੀ ਹੁੰਦੀ, ਫਿਰ ਉਨੀ ਜ਼ਿਆਦਾ ਠੰਡੀ ਹੁੰਦੀ ਹੈ, ਫਿਰ ਤਾਂ ਏਸੀ ਲੱਗ ਜਾਂਦਾ ਉਹਦੇ ਤੇ। ਕੱਚਾ ਥਾਂ, ਉਂਝ ਜਿਹੜੇ ਕੱਚੇ ਸੀ ਨਾ ਅੱਗੇ ਮਕਾਨ, ਹੁਣ ਸਾਰੇ ਪੱਕੇ ਹੋ ਗਏ, ਸੀਮੈਂਟ ਬਜਰੀ ਸਰੀਆ ਲੈਂਟਰ ਪੈ ਗਏ, ਪਰ ਜਿਹੜੇ ਕੱਚੇ ਕਮਰੇ ਸੀ ਉਹ ਸਿਆਲ 'ਚ ਨਿੱਘੇ ਹੁੰਦੇ ਸੀ ਤੇ ਗਰਮੀਆਂ 'ਚ ਠੰਡੇ ਹੁੰਦੇ ਸੀ। ਪੁਰਾਣੇ ਬਜ਼ੁਰਗਾਂ ਨੂੰ ਪਤਾ, ਜਿਨ੍ਹਾਂ ਨੇ ਕੱਚੇ ਮਕਾਨਾਂ 'ਚ ਜੀਵਨ ਬਸਰ ਕੀਤਾ, ਕਿਉਂਕਿ ਉਹ ਧਰਤੀ ਦੇ ਨਾਲ ਉਹਨਾਂ ਦਾ ਤਾਲਮੇਲ, ਜਿਹੜੀ ਕਰਤਾਰ ਦੀ ਕੁਦਰਤ ਆ ਉਹ ਇੱਕੋ ਜਿਹਾ, ਉਹ ਬਰਾਬਰ ਰਹਿੰਦਾ। ਫਿਰ ਸਾਰਾ
ਉਹ ਠੰਡ ਦੇ ਵਿੱਚ ਨਿੱਘੇ ਹੋ ਜਾਂਦੇ ਸੀ ਉਹ ਕਮਰੇ, ਤੇ ਗਰਮੀ ਦੀ ਰੁੱਤ ਦੇ ਵਿੱਚ ਉਹ ਠੰਡੇ ਹੁੰਦੇ ਸੀ। ਇਸੇ ਤਰ੍ਹਾਂ ਜਿਹੜੀ ਰੇਤਾ ਵਾ, ਜਿੱਥੇ ਇਹ ਗਰਮੀ ਦੇ ਨਾਲ ਧੁੱਪ ਦੇ ਨਾਲ ਤਪਦੀ ਜ਼ਿਆਦਾ, ਜੇ ਇਹਦੇ ਤੇ ਪਾਣੀ ਪੈ ਜਾਵੇ ਤੇ ਫਿਰ ਠੰਡੀ ਪੂਰੀ ਹੋ ਜਾਂਦੀ। ਉਹਨਾਂ ਨੇ ਝਾੜ ਫੂਸ ਜਿਹੜਾ ਵਾ ਉਹ ਲਾ ਕਰਕੇ ਤੇ ਉਹਦੇ ਇਸੇ ਤਰੀਕੇ ਨਾਲ ਵਿਚਕਾਰ ਜਿਹੜਾ ਮੋਟਾ ਰੇਤਾ ਵਿਛਾਇਆ, ਉਹਦੇ ਉੱਤੇ ਵਾਰ-ਵਾਰ ਪਾਣੀ ਪਾਇਆ ਤੇ ਜਲ ਦੇ ਨਾਲ ਛਿੜਕਾ ਕੀਤਾ ਹੈ। ਫਿਰ ਕੋਰੇ ਜਿਹੜੇ ਘੜੇ ਆ, ਕੁੰਭ ਨਾਮ ਘੜੇ ਦਾ, ਕੋਰੇ ਘੜੇ ਮਿੱਟੀ ਦੇ, ਉਹਨਾਂ ਦੇ ਵਿੱਚ ਪਾਣੀ ਭਰ ਕਰਕੇ, ਉਹ ਵੀ ਬੜੇ ਠੰਡੇ ਠੰਡੇ ਪਾਣੀ ਦੇ ਭਰੇ ਹੋਏ ਘੜੇ ਉਹ ਵਿੱਚ ਰੱਖੇ ਹਨ। ਇਸ ਤੋਂ ਬਾਅਦ ਸਾਰੀ ਤਿਆਰੀ ਕੀਤੀ, ਕਿਉਂਕਿ ਕੋਰਾ ਘੜਾ ਜਿਹੜਾ ਉਹਦੇ ਵਿੱਚੋਂ ਜਲ ਥੱਲੇ ਸਿਮਦਾ ਰਹਿੰਦਾ। ਥੱਲੇ ਰੇਤਾ ਠੰਡੀ ਕਰਕੇ, ਰੇਤਾ ਤੇ ਪਾਣੀ ਪਾ ਕੇ ਉੱਤੇ ਉਹ ਕੋਰਾ ਘੜਾ ਰੱਖ ਦਿੱਤਾ, ਤੇ ਕੋਰੇ ਘੜੇ ਦੇ ਵਿੱਚੋਂ ਵੀ ਪਾਣੀ ਥੱਲੇ ਸਿਮਦਾ ਰਹਿਣਾ, ਇਸ ਕਰਕੇ ਵੀ ਉਹ ਰੇਤਾ ਠੰਡਾ ਰਹੇ। ਤਾਂ ਕਰਕੇ ਇਹ ਤਰੀਕਾ ਸੀ ਉਸ ਮੌਕੇ ਦੇ ਉੱਤੇ ਥਾਂ ਨੂੰ ਠੰਡਾ ਕਰਨ ਦਾ। ਕਿ ਜੇ ਤਾਂ ਅੱਜ ਵਰਗਾ ਸਮਾਂ ਹੁੰਦਾ ਤਾਂ ਫਿਰ ਤਾਂ ਏਸੀ ਵਾਲੇ ਕਮਰੇ 'ਚ ਬਿਠਾ ਦੇਣਾ ਸੀ ਨਾ ਮਹਾਰਾਜ, ਕਿ ਏਸੀ ਲਾ ਦਿੰਦੇ। ਪਰ ਉਸ ਵੇਲੇ ਉਹਨਾਂ ਨੇ ਇਸ ਤਰ੍ਹਾਂ ਹੀ ਏਸੀ ਬਣਾਇਆ, ਕੋਰੇ ਘੜੇ ਭਰ ਕਰਕੇ ਉਹ ਰੱਖ ਦਿੱਤੇ, ਵਿਚਕਾਏ ਰੇਤਾ ਦੇ ਉੱਤੇ ਜਲ ਛਿੜਕ ਦਿੱਤਾ ਤੇ ਚੰਗੀ ਤਰ੍ਹਾਂ ਕਹਿੰਦੇ ਬਹੁਤਾ ਸੀਤਲ ਜਿਹੜਾ ਠੰਡਾ ਕਰ ਦਿੱਤਾ ਵਿੱਚ ਧਰ ਕਰਕੇ ਉਹ ਘੜੇ। ਇਸ ਤੋਂ ਬਾਅਦ ਸਾਰੀ ਤਿਆਰੀ ਕਰਕੇ ਤੇ ਫਿਰ ਨੀਕੇ ਸਤਿਗੁਰ ਹੇਤ ਸੁਧਾਰੀ ਗੁਰੂ ਸਾਹਿਬ ਜੀ ਵਾਸਤੇ ਚੰਗੀ ਤਰ੍ਹਾਂ ਤਿਆਰੀ ਕੀਤੀ, ਸੁਧਾਰੀ ਹੈ ਪੂਰੀ ਸਾਫ ਸਫਾਈ ਦੇ ਨਾਲ। ਤੇ ਇਸ ਤਰ੍ਹਾਂ ਤਿਆਰੀ ਕਰਕੇ ਤੇ ਫਿਰ ਗੁਰੂ ਸਾਹਿਬ ਜੀ ਨੂੰ ਬੇਨਤੀ ਕਰਨ ਵਾਸਤੇ ਭਾਈ ਰਾਮ ਸਿੰਘ ਜੀ ਉਹਨਾਂ ਨੇ ਆਉਣਾ। ਇਹ ਜਿਹੜੀ ਕਥਾ ਵਾ ਭਾਈ ਸੰਤੋਖ ਸਿੰਘ ਜੀ ਨੇ ਇੱਥੇ ਹੀ ਸਮਾਪਤ ਕਰ ਦਿੱਤੀ ਇੱਕ ਵਾਰ, ਕਿ ਭਾਈ ਰਾਮ ਸਿੰਘ ਜੀ ਨੇ ਆਪਣੇ ਘਰੇ ਸਾਰੀ ਉੱਥੇ ਆਪਣੇ ਨਗਰ ਵਿੱਚ ਤਿਆਰੀ ਕੀਤੀ ਆ, ਗੁਰੂ ਸਾਹਿਬ ਜੀ ਦੀ ਉਡੀਕ ਦੇ ਵਿੱਚ ਵਾ। ਅੱਗੇ ਹੁਣ ਇੱਕ ਹੋਰ ਸੇਵਕ ਦੀ ਕਥਾ ਉਹਨਾਂ ਨੇ ਸ਼ੁਰੂ ਕਰ ਲਈ ਇਸ ਵਿਚਾਰ, ਜੋ ਭਾਈ ਭਗਤੂ ਦੇ ਘਰ ਦੇ ਵਿੱਚ ਰਹਿ ਕੇ ਜਿਹਨੇ ਸੇਵਾ ਕੀਤੀ ਸੀ, ਜਿਸ ਸਿੱਖ ਦਾ ਨਾਮ ਸੀ ਭਾਈ ਗੋਦੜੀਆ। ਇੱਕ ਸਿੱਖ ਗੋਦੜੀਆ ਜਿਸ ਸਿੱਖ ਦਾ ਨਾਮ ਸੀ ਭਾਈ ਗੋਦੜੀਆ, ਤੇ ਇਹ ਭਾਈ ਭਗਤੂ ਜੀ ਦੇ ਪੁੱਤਰ ਭਾਈ ਗੌਰਾ ਜੀ ਤੇ ਭਾਈ ਜੀਵਨ ਜੀ, ਉਹਨਾਂ ਦੇ ਪਾਸ ਭਾਈ ਗੌਰਾ ਜੀ ਤੇ ਭਾਈ ਜੀਵਨ ਜੀ ਦੇ ਘਰੇ ਰਹਿੰਦੇ ਸਨ। ਇਹ ਭਾਈ ਗੋਦੜੀਆ ਇਹਨਾਂ ਨੇ ਉੱਥੇ ਸੇਵਾ ਕਰਕੇ ਤੇ ਨਾਮ ਜਪ ਕੇ ਮਹਾਨ ਕਰਨੀ ਕਮਾਈ ਵਾਲੇ ਸਿੱਖ ਹੋਏ। ਇਸ ਹੁਣ ਭਾਈ ਗੋਦੜੀਆ ਜੀ ਦਾ ਪਹਿਲਾਂ ਜੀਵਨ ਜਿਹੜਾ ਉਹ ਦੱਸਣਗੇ, ਬਾਅਦ ਵਿੱਚ ਕਿਵੇਂ ਭਾਈ ਰਾਮ ਸਿੰਘ ਜੀ ਦੇ ਘਰੇ ਉੱਥੇ ਭਾਈ ਕੇ ਚੱਕ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਜਿਵੇਂ ਜਾਂਦੇ ਆ, ਉਹ ਕਥਾ ਬਾਅਦ ਵਿੱਚ ਆਵੇਗੀ। ਹੁਣ ਭਾਈ ਪਹਿਲਾਂ ਗੋਦੜੀਆ ਜੀ ਦੀ ਕਥਾ ਵਿੱਚ ਵਰਣਨ ਕੀਤੀ ਹੈ। ਭਾਈ ਸਾਹਿਬ ਕਹਿੰਦੇ ਜਿਸ ਭਾਈ ਗੋਦੜੀਆ ਜੀ ਦੇ ਕੌਤਕ ਬਹੁਤੇ ਹੀ ਸੁੰਦਰ ਸਨ। ਇਹ ਛੋਟੀ ਜੀ ਉਮਰ ਦੇ ਵਿੱਚ ਭਾਈ ਭਗਤੂ ਜੀ ਦੇ ਘਰ ਵਿੱਚ ਆਇਆ ਸੀ, ਬਚਪਨ ਦੇ ਵਿੱਚ ਭਾਈ ਗੋਦੜੀਆ। ਇਹ ਭਾਈ ਭਗਤੂ ਜੀ ਦੇ ਪੁੱਤਰਾਂ ਦੇ ਕੋਲੇ ਹੀ ਰਹਿ ਪਿਆ ਫਿਰ। ਭਾਈ ਭਗਤੂ ਜੀ ਦੇ ਘਰ ਵਿੱਚ ਭਾਈ ਗੌਰੇ ਦੇ ਤੇ ਭਾਈ ਜੀਵਨ ਦੇ ਪਾਸ ਹੀ ਇਸਨੇ ਰਹਿਣਾ ਕੀਤਾ ਬਚਪਨ ਵਿੱਚ ਆ ਕੇ ਹੀ, ਤੇ ਉੱਥੇ ਹੀ ਫਿਰ ਇਹ ਵੱਡਾ ਹੋਇਆ ਸਾਧ ਸੰਗਤ ਜੀ। ਭਾਈ ਭਗਤੂ ਜੀ ਦੇ ਘਰ ਵਿੱਚ ਬਚਪਨ ਤੋਂ ਆ ਕੇ ਜਵਾਨ ਹੋਇਆ, ਤੇ ਇਸ ਨੇ ਫਿਰ ਭਾਈ ਭਗਤੂ ਜੀ ਦੇ ਘਰ ਦੇ ਵਿੱਚ ਰਹਿੰਦਿਆਂ ਹੋਇਆਂ ਭਾਈ ਗੌਰੇ ਨੇ ਇਸ ਨੂੰ ਕੰਮਕਾਰ ਤੇ ਲਾਉਣਾ, ਸੇਵਾ ਤੇ ਲਾਉਣਾ। ਭਾਈ ਗੌਰੇ ਨੇ ਇੱਕ ਦਿਨ ਇਹਨੂੰ ਕਹਿ ਕਰਕੇ ਤੇ ਇੱਕ ਕਾਰ ਤੇ ਲਾਇਆ ਹੈ। ਉਹ ਕਿਹੜਾ ਕੰਮ ਦਿੱਤਾ ਇਸ ਨੂੰ? ਭਾਈ ਗੌਰੇ ਨੇ ਆਖਿਆ ਕਿ ਭਾਈ ਗੋਦੜੀਆ ਤੂੰ ਖੂਹ ਚਲਾ, ਤੇ ਖੂਹ ਦੇ ਉਹ ਬੋਕੇ ਭਰ ਭਰ ਕੇ ਜਲ ਜਿਹੜਾ ਵਾ ਉਹ ਕੱਢ। ਪਿਛਲੇ ਸਮੇਂ 'ਚ ਜਿਸ ਤਰੀਕੇ ਨਾਲ ਖੂਹ ਚਲਾਇਆ ਜਾਂਦਾ ਸੀ, ਬੋਕੇ ਵਿੱਚੋਂ ਪਾਣੀ ਦੇ ਭਰ ਕੇ ਬਾਹਰ ਕੱਢੇ ਜਾਂਦੇ ਸੀ, ਤਾਂ ਉਹਨੂੰ ਚਰਸਾ ਆਖਿਆ ਹੈ, ਬੋਕੇ ਵੀ ਕਹਿ ਦਿੰਦੇ। ਫਿਰ ਇਹ ਖੂਹ ਦੇ ਵਿੱਚੋਂ ਇਹਨੇ ਜਲ ਦੇ ਉਹ ਬੋਕੇ ਕੱਢ ਕੱਢ ਕੇ ਬਾਹਰ ਵਹਾਏ। ਖੂਹ ਚਲਾਉਣ ਤੋਂ ਇਲਾਵਾ ਹੋਰ ਵੀ ਜਿਹੜੀ ਵੀ ਸੇਵਾ ਹੁੰਦੀ ਸੀ ਨਾ, ਉਹ ਭਾਈ ਗੌਰਾ ਕਹਿ ਕਰਕੇ ਕਰਵਾਉਂਦੇ ਸੀ।
ਤੇ ਜੋ ਵੀ ਉਹ ਕਹਿੰਦੇ ਸੀ ਤੇ ਇਹ ਭਾਈ ਗੋਦੜੀਆ ਸਤ ਬਚਨ ਕਹਿ ਕੇ ਸੇਵਾ ਕਮਾਉਂਦਾ ਸੀ। ਜਿੱਥੇ ਸਵੇਰੇ ਲਾ ਦੇਣਾ ਨਾ ਭਾਈ ਭਗਤੂ ਦੇ ਪੁੱਤਰਾਂ ਨੇ, ਭਾਵੇਂ ਭਾਈ ਗੌਰੇ ਨੇ ਲਾ ਦੇਣਾ, ਭਾਈ ਜੀਵਨ ਜੀ ਨੇ ਲਾ ਦੇਣਾ, ਤੇ ਭਾਈ ਗੋਦੜੀਆ ਸੇਵਾ ਕਰਨੀ। ਸਵੇਰ ਤੋਂ ਲਾ ਦੇਣਾ ਤੇ ਸ਼ਾਮ ਦੀ ਕਿ ਭਾਈ ਗੋਦੜੀਏ ਨੇ ਉਹ ਸੇਵਾ ਕਰੀ ਜਾਣੀ, ਜਿੰਨਾ ਚਿਰ ਆ ਕੇ ਹਟਾਉਂਦੇ ਨਹੀਂ ਉਹਨਾਂ ਚਿਰ ਕਰੀ ਜਾਣੀ। ਐਸਾ ਸੇਵਾ ਦਾ ਰੰਗ ਚੜਿਆ। ਤੇ ਨਾਲ ਨਾਮ ਜਪੀ ਜਾਣਾ, ਬਾਣੀ ਪੜ੍ਹੀ ਜਾਣਾ, ਤੇ ਉਹ ਕੰਮ ਕਰੀ ਜਾਣਾ। ਸਵੇਰ ਤੋਂ ਲੈ ਕਰਕੇ ਸਾਂਝ ਵੇਲੇ ਤੱਕ ਲੱਗਾ ਰਹਿਣਾ। ਤੇ ਇੱਕ ਦਿਨ ਨਾ ਘਾਹ ਵੱਢਣ ਲਾ ਦਿੱਤਾ ਬਾਹਰ ਖੇਤਾਂ ਵਿੱਚ ਭਾਈ ਗੌਰੇ ਨੇ ਕਿ ਭਾਈ ਗੋਦੜੀਆ ਤੂੰ ਆ ਘਾਹ ਵੱਢਣਾ ਹੈ। ਤੇ 10 ਸਿਰ ਬਾਜਰਾ ਨਾ ਤੋਲ ਕਰਕੇ ਉਹ ਲੈ ਆਂਦਾ ਭਾਈ ਗੋਦੜੀਏ ਨੇ। ਪਿਛਲੇ ਸਮੇਂ 'ਚ ਇਸ ਤਰ੍ਹਾਂ ਸੀ, ਬਾਜਰਾ ਵੀ ਭੁੰਨ ਕੇ ਛਕ ਲਿਆ ਕਰਦੇ ਸਨ, ਬਾਜਰੇ ਦਾ ਆਟਾ ਬਣਾ ਕਰਕੇ ਉਹਦੇ ਪ੍ਰਸ਼ਾਦੇ ਵੀ ਪਕਾ ਲੈਂਦੇ ਸਨ। ਉਹ ਬਾਜਰਾ ਜਿਹੜਾ 10 ਸਿਰ ਤੋਲ ਕਰਕੇ ਲੈ ਆਂਦਾ। ਇੱਕ ਦਿਨ ਦੇ ਵਿੱਚ 1 ਸੇਰ ਬਾਜਰਾ ਚੱਬ ਜਾਂਦਾ ਸੀ ਭਾਈ ਗੋਦੜੀਆ। ਉੱਥੇ ਘਾਹ ਵੱਢਦਾ ਸਵੇਰ ਤੋਂ ਸ਼ਾਮ ਤੀਕ, ਤੇ ਨਾਲੇ ਥੋੜਾ ਥੋੜਾ ਫੁੱਕੇ ਮਾਰੀ ਜਾਣੇ ਬਾਜਰੇ ਭੁੰਨੇ ਦੇ। ਤੇ ਸਵੇਰ ਤੋਂ ਸ਼ਾਮ ਤੀਕ 1 ਸੇਰ ਬਾਜਰਾ ਚੱਬ ਲੈਣਾ ਤੇ ਨਾਲ ਜਲ ਛਕ ਲੈਣਾ। ਤੇ ਸਵੇਰ ਤੋਂ ਸ਼ਾਮ ਤੀਕ ਘਾਹ ਹੀ ਵੱਢੀ ਜਾਣਾ ਉਹ ਪੈਲੀ ਦੇ ਵਿੱਚ। ਤੇ ਪਿਛਲੇ ਸਮੇਂ ਦੇ ਵਿੱਚ ਫਸਲਾਂ ਠੀਕ ਆ, ਲੋਕ ਬੀਜਦੇ ਸੀ, ਪਰ ਜ਼ਿਆਦਾ ਵਿਹਲਾ ਥਾਂ ਹੀ ਹੁੰਦਾ ਸੀ, ਖੁੱਲ੍ਹਾ ਹੀ ਹੁੰਦਾ ਸੀ, ਪਸ਼ੂ ਜ਼ਿਆਦਾ ਚਾਰਦੇ ਸੀ, ਜਾਂ ਘਾਹ ਹੀ ਹੁੰਦਾ ਸੀ, ਘਾਹ ਵੱਢ ਕੇ ਪਾ ਲੈਂਦੇ ਸੀ। ਠੀਕ ਆ, ਫਸਲਾਂ ਬੀਜਦੇ, ਫਸਲਾਂ ਵਿੱਚ ਵੀ ਓਨੀ ਫਸਲ ਓਨਾ ਘਾਹ ਹੁੰਦਾ ਸੀ। ਤੇ ਉਦੋਂ ਪਿਛਲੇ ਸਮੇਂ 'ਚ ਗੋਡੀਆਂ ਕਰਦੇ ਸੀ, ਗੋਡੀਆਂ ਕਰਦੇ ਸੀ ਲੋਕ। ਉਦੋਂ ਦਵਾਈਆਂ ਨਹੀਂ ਸੀ ਨਾ ਬਣੀਆਂ, ਹੁਣ ਤਾਂ ਸਪਰੇਆਂ ਕਰਕੇ ਵੱਟਾਂ ਤੇ ਵੀ ਨਹੀਂ ਰਹਿਣ ਦਿੰਦੇ ਲੋਕ। ਹੁਣ ਜਿੰਨੇ ਨੁਕਸਾਨ ਕੀਤਾ, ਜਿੰਨੀਆਂ ਬਿਮਾਰੀਆਂ ਪੈਦਾ ਹੁੰਦੀਆਂ, ਜਿੰਨੀਆਂ ਵੱਧ ਸਪਰੇਆਂ, ਜਿੰਨੀਆਂ ਵੱਧ ਖਾਦਾਂ, ਉਨੀਆਂ ਜ਼ਿਆਦੀਆਂ ਬਿਮਾਰੀਆਂ। ਪਿਛਲੇ ਸਮੇਂ 'ਚ ਉਦੋਂ ਭਾਵੇਂ ਫਸਲ ਘੱਟ ਹੁੰਦੀ ਸੀ, ਪਰ ਉਹ ਇੱਕ ਨਰੋਈ ਹੁੰਦੀ ਸੀ ਕਿ ਉਹਨੇ ਨਾ ਤੇ ਖਾਦਾਂ ਪਾਉਣੀਆਂ ਤੇ ਨਾ ਸਪਰੇਆਂ ਕਰਨੀਆਂ। ਇਸ ਕਰਕੇ ਉਦੋਂ ਗੋਡੀ ਕਰਦੇ ਸੀ, ਹਰ ਇੱਕ ਫਸਲ ਨੂੰ ਗੋਡ ਕੇ ਘਾਹ ਜਿਹੜਾ ਉਹ ਕੱਢਣਾ। ਤਾਂ ਇਹ ਘਾਹ ਵੱਢਣ ਲਾਇਆ ਹੋਇਆ ਭਾਈ ਗੋਦੜੀਏ ਨੂੰ, ਤੇ ਫਿਰ ਸਾਰਾ ਦਿਨ ਹੀ ਵੱਢੀ ਜਾਣਾ ਘਾਹ ਸਵੇਰ ਤੋਂ ਸ਼ਾਮ ਤੀਕ, ਤੇ ਬਾਜਰਾ ਚੱਬ ਕੇ ਜਲ ਛਕ ਕਰਕੇ ਆਪਣਾ ਗੁਜ਼ਾਰਾ ਕਰ ਲੈਣਾ। 10 ਦਿਨ ਪੈਲੀ ਤੋਂ ਘਰੇ ਨਹੀਂ ਆਇਆ ਭਾਈ ਗੋਦੜੀਆ। ਖੇਤਾਂ ਦੇ ਵਿੱਚੋਂ 10 ਸਿਰ ਬਾਜਰਾ ਕੜਿਆ ਸੀ ਨਾ, ਇੱਕ ਦਿਨ ਦਾ 1 ਸਿਰ ਛਕ ਲੈਣਾ ਤੇ ਪਾਣੀ ਪੀ ਲੈਣਾ, ਤੇ 10 ਦਿਨ ਲਾਏ ਘਾਹ ਵੱਢਣ ਤੇ ਗੁਰੂ ਕੇ ਪਿਆਰੇ ਨੇ, ਮਾਈ ਦੇ ਲਾਲ ਨੇ ਢੇਰ ਲਾ ਦਿੱਤੇ ਘਾਹ ਵੱਢ ਕੇ। ਕਿਉਂਕਿ ਪਿੱਛੋਂ ਸੱਦਣ ਹੀ ਨਹੀਂ ਗਿਆ ਕੋਈ ਕਿ ਆ ਜਾ ਹੁਣ 1 ਦਿਨ ਹੀ ਵੱਢਣਾ ਸੀ ਜਾਂ 2 ਦਿਨ ਵੱਢਣਾ ਸੀ। ਉਹ 10 ਦਿਨ ਲਾ ਦਿੱਤੇ, ਕਿਸੇ ਨੇ ਬੁਲਾਇਆ ਨਹੀਂ, ਤੇ ਭਾਈ ਗੋਦੜੀ ਆਇਆ ਨਹੀਂ ਕਿ ਜਦੋਂ ਕੋਈ ਆਪਾਂ ਨੂੰ ਆਇਆ ਹੀ ਨਹੀਂ ਪਿੱਛੋਂ ਬੁਲਾਉਣ, ਆਪਾਂ ਸੇਵਾ 'ਚ ਲੱਗੇ ਆ ਤੇ ਵੱਢੀ ਜਾਣਾ ਘਾਹ। 10 ਦਿਨ ਲਾ ਦਿੱਤੇ ਘਾਹ ਵੱਢਣ ਤੇ। ਨੇੜੇ ਕਹਿੰਦੇ ਵੀ ਤਾਲ ਸੀ, ਜਲ ਦਾ ਤਾਲ, ਉਥੋਂ ਜਲ ਪੀ ਲਿਆ ਕਰਦਾ ਸੀ ਤੇ ਬਾਜਰਾ ਛਕ ਲੈਂਦਾ ਸੀ। ਤੇ ਹਿਰਦੇ ਵਿੱਚ ਸਦਾ ਸਿਮਰਨ ਵਸਿਆ ਹੋਇਆ ਸੀ, ਰਸਨਾ ਤੋਂ ਸਿਮਰਨ ਕਰੀ ਜਾਣਾ। ਜਦੋਂ ਭਾਈ ਗੌਰੇ ਉਹਨਾਂ ਨੇ ਜਾ ਕੇ ਵੇਖਿਆ ਨਾ, ਤੇ ਬੜੇ ਖੁਸ਼ ਹੋਏ ਵੀ 10 ਦਿਨ ਹੋ ਗਏ ਭਾਈ ਗੋਦੜੀਆ ਤੂੰ ਘਾਹ ਵੱਢੀ ਜਾਣਾ, ਤੂੰ ਤਾਂ ਢੇਰ ਹੀ ਲਾ ਦੇ, ਗੱਡਿਆਂ ਦੇ ਗੱਡੇ ਵੱਢ ਦਿੱਤੇ ਘਾਹ। ਉਸ ਵੇਲੇ ਵੇਖ ਕਰਕੇ ਬਹੁਤ ਖੁਸ਼ ਹੋਏ, ਤੇ ਫਿਰ ਲੱਦ ਕੇ ਲਿਆਂਦੇ ਉਹ ਘਾਹ ਦੇ ਗੱਡੇ, ਕਈ ਗੱਡੇ ਹੋ ਗਏ, ਗੱਡਿਆਂ ਤੇ ਲੱਦ ਕੇ ਘਾਹ ਲਿਆਂਦਾ। ਤੇ ਫਿਰ ਘਰੇ ਲੈ ਆਂਦਾ ਸੱਜ ਕੇ ਵੀ ਹੁਣ ਆ ਜਾ ਭਾਈ, ਘਰੇ ਆ ਜਾ। ਫਿਰ ਘਰੇ ਆ ਗਿਆ ਤੇ ਫਿਰ ਘਰੇ ਹੋਰ ਸੇਵਾ ਦੇ ਦਿੱਤੀ। ਵੀ ਇਹਨੇ ਕਿਹੜਾ ਜਵਾਬ ਦੇਣਾ, 7 ਵਚਨ ਕਹਿਣ ਵਾਲਾ। ਤੇ ਫਿਰ ਘਰੇ ਚੱਕੀ ਦੇ ਉੱਤੇ ਲਾ ਦਿੱਤੀ ਸੇਵਾ ਵੀ ਆ ਤੂੰ ਹੁਣ ਦਾਣੇ ਪਾ ਕੇ ਤੇ ਆਟਾ ਤਿਆਰ ਕਰੀ ਜਾ। ਤੇ ਉਹ ਚੱਕੀ ਪੀਣ ਲੱਗ ਪਿਆ ਭਾਈ ਗੋਦੜੀਆ, ਤੇ ਰੋਜ਼ ਚੱਕੀ ਗੇੜ ਕੇ ਚੱਕੀ ਦੇ ਵਿੱਚ ਦਾਣੇ ਪਾ ਕੇ ਤੇ ਆਟਾ ਤਿਆਰ ਕਰੀ ਜਾਣਾ, ਦਾਣੇ ਪੀ ਕੇ। ਤੇ ਮਨ ਨਹੀਂ ਡੁਲਾਇਆ, ਮਨ ਨਹੀਂ ਕਾਲਾ, ਨਹੀਂ ਤੇ ਬੰਦੇ ਦਾ ਮਨ ਕਾਲਾ ਪੈ ਜਾਂਦਾ।
ਵੀ ਇੰਨਾ ਕੰਮ ਉਹ ਕੀਤਾ, ਇੰਨਾ ਆਹ ਕੀਤਾ, ਹੁਣ ਬਸ ਕਰੀ। ਪਰ ਉਹ ਸੇਵਾ ਤੇ ਸਿਮਰਨ ਨੂੰ ਸਮਰਪਿਤ ਹੀ ਸੀ ਭਾਈ ਗੋਦੜੀਆ। ਤੇ ਹੁਣ ਉਹ ਚੱਕੀ ਗੇੜੀ ਜਾਂਦਾ ਵਾ ਤੇ ਦਾਣੇ ਪਾ ਪਾ ਕੇ ਤੇ ਆਟਾ ਤਿਆਰ ਕਰੀ ਜਾਂਦਾ ਹੈ, ਮਨ ਨਹੀਂ ਡਲਾਉਂਦਾ ਹੈ। ਜਿੱਥੇ ਜੱਗੀ ਚਲਾਉਂਦਾ ਸਾਰਾ ਦਿਨ, ਉੱਥੇ ਸਾਰੇ ਦਿਨ ਵਿੱਚ 21 ਜਪਜੀ ਸਾਹਿਬ ਦੇ ਪਾਠ ਕਰਦਾ, 21 ਵਾਰੀ ਜਪਜੀ ਸਾਹਿਬ ਦੇ ਪਾਠ ਕਰਦਾ। ਜਪਜੀ ਸਾਹਿਬ ਦੀ ਬਾਣੀ ਕੰਠ ਹੈ ਭਾਈ ਗੋਦੜੀਏ ਜੀ ਨੂੰ, ਤੇ ਰੋਜ਼ ਦਾ ਨਿਤਨੇਮ ਉਹਦਾ ਵੀ ਬਾਕੀ ਜਿਹੜਾ ਗੁਰਮੰਤਰ ਮੂਲ ਮੰਤਰ ਕਰਨਾ ਉਹ ਲੈਦਾ, ਤੇ 21 ਜਪਜੀ ਸਾਹਿਬ ਦੇ ਪਾਠ ਨੇਮ ਨਾਲ ਰੋਜ਼ ਕਰਦਾ ਹੈ। ਹੱਥਾਂ ਪੈਰਾਂ ਦੇ ਨਾਲ ਨਿਤਾ ਪ੍ਰਤੀ ਸੇਵਾ ਕਰਦਾ ਹੈ, ਕਾਰ ਸੰਭਾਲਦਾ ਹੈ, ਤੇ ਰਸਨਾ ਤੇ ਜਪਜੀ ਸਾਹਿਬ ਚੱਲਦਾ ਹੈ। ਫਿਰ ਇੱਕ ਦਿਨ ਇੱਕ ਦਾਸੀ ਨੂੰ ਲਾ ਦਿੱਤਾ ਨਾਲ ਕਿ ਇਹ ਭਾਈ ਗੋਦੜੀਆ ਇਕੱਲਾ ਚੱਕੀ ਚਲਾਉਂਦਾ ਹੈ, ਚੱਲ ਤੂੰ ਦਾਸੀਏ ਨਾਲ ਮਦਦ ਕਰਾ ਦਿਆ ਕਰ, ਭਾਈ ਗੋਦੜੀਏ ਨੂੰ ਸਾਹ ਦਵਾ ਦਿਆ ਕਰ। ਪਰ ਭਾਈ ਗੋਦੜੀਏ ਨੇ ਉਹਨੂੰ ਹਟਾ ਦਿੱਤਾ, ਕਹਿਣ ਲੱਗਾ ਨਹੀਂ ਤੂੰ ਹੋਰ ਕੋਈ ਸੇਵਾ ਕਰ ਲੈ, ਮੈਂ ਇਕੱਲਾ ਹੀ ਤੇਰਾ। ਤੇ ਉਹਨੂੰ ਹਟਾ ਦਿੱਤਾ, ਵਰਜ ਦਿੱਤਾ ਹੈ। ਤੇ ਇੱਕ ਵਾਰੀ ਦੀ ਗੱਲ ਹੈ ਕਿ ਭਾਈ ਭਗਤੂ ਜੀ ਦਾ ਪੁੱਤਰ ਜੋ ਦੂਸਰਾ, ਇੱਕ ਤੇ ਭਾਈ ਗੌਰਾ ਹੈ ਨਾ, ਤੇ ਦੂਸਰਾ ਭਾਈ ਜੀਵਨ ਹੈ। ਜਿਸ ਭਾਈ ਜੀਵਨ ਨੇ ਬਾਅਦ ਵਿੱਚ ਗੁਰੂ ਹਰਿਰਾਏ ਸਾਹਿਬ ਜੀ ਦੇ ਮੌਕੇ ਤੇ ਸਰੀਰ ਤਿਆਗਿਆ, ਜਿਹੜੀ ਕਥਾ ਪਿਛੇ ਆ ਚੁੱਕੀ ਹੈ, ਜਿਸ ਵੇਲੇ ਬ੍ਰਾਹਮਣ ਦਾ ਪੁੱਤਰ ਜਿਉਂਦਾ ਕੀਤਾ। ਪਰ ਇਹ ਕਥਾ ਉਹਦੇ ਤੋਂ ਪਹਿਲੇ ਹੀ ਸੁਣਾ ਰਹੇ ਭਾਈ ਗੋਦੜੀਏ ਦੀ ਕਥਾ, ਇਸ ਕਰਕੇ ਭਾਈ ਜੀਵਨ ਦਾ ਜ਼ਿਕਰ ਆਇਆ ਕਿ ਜੋ ਭਾਈ ਜੀਵਨ ਸੀ ਭਾਈ ਭਗਤੂ ਜੀ ਦਾ ਪੁੱਤਰ, ਉਹਨੇ ਇੱਕ ਵਾਰੀ ਕਿਸੇ ਜ਼ਿਮੀਂਦਾਰ ਨੂੰ ਬਹੁਤ ਜ਼ਿਆਦੀ ਤਾੜਨਾ ਕੀਤੀ, ਬਹੁਤ ਜ਼ਿਆਦੀ ਝਿੜਕ ਮਾਰੀ, ਤੇ ਭਾਈ ਗੋਦੜੀਏ ਨੇ ਤਰਸ ਕਰਕੇ ਕਿਰਪਾ ਕਰਕੇ ਤੇ ਕਹਿਣ ਲੱਗਾ ਵੀ ਇਹਨੂੰ ਛੱਡ ਦੇ, ਇੰਨੀਆਂ ਝਿੜਕਾਂ ਨਾ ਮਾਰ। ਤੇ ਮਾਰ ਰਿਹਾ ਸੀ ਭਾਈ ਜੀਵਨ, ਜਿੱਥੇ ਝਿੜਕਾਂ ਮਾਰਦਾ ਸੀ ਉੱਥੇ ਕੁੱਟਦਾ ਵੀ ਸੀ ਉਸ ਜ਼ਿਮੀਂਦਾਰ ਨੂੰ। ਤੇ ਭਾਈ ਗੋਦੜੀਏ ਦਾ ਹਿਰਦਾ ਜਿਹੜਾ ਉਹ ਤਰਸ ਨਾਲ ਭਰਿਆ ਹੋਇਆ, ਕਿਰਪਾ ਨਾਲ ਭਰਿਆ ਹੋਇਆ, ਤੇ ਉਸ ਵੇਲੇ ਬੇਨਤੀ ਕੀਤੀ ਵੀ ਐਵੇਂ ਬਿਨਾਂ ਕਾਰਨ ਤੋਂ ਹੀ ਨਹਾਗੀ, ਇਸ ਨੂੰ ਕਿਉਂ ਮਾਰਦੇ ਹੋ ਬਹੁਤਾ। ਤੇ ਭਾਈ ਜੀਵਨ ਗੁੱਸੇ ਵਿੱਚ ਆਇਆ ਹੋਇਆ ਬੋਲਿਆ, ਭਾਈ ਜੀਵਨ ਨੇ ਆਖਿਆ ਕਿ ਗੋਦੜੀਆ ਤੂੰ ਆਪਣਾ ਕੰਮਕਾਰ ਕਰ, ਤੈਨੂੰ ਰਾਜ ਸਾਜ ਦਾ ਕੀ ਪਤਾ, ਕਿ ਸਾਨੂੰ ਰਾਜ ਸਾਜ ਦਾ ਪਤਾ ਹੈ, ਕਿਉਂਕਿ ਭਾਈ ਜੀਵਨ ਦੇ ਘਰੇ ਜੋ ਸੇਵਾ ਕਰਦਾ ਸੀ, ਭਾਈ ਗੌਰੇ ਤੇ ਭਾਈ ਜੀਵਨ ਦੇ ਘਰੇ ਸੇਵਾਦਾਰ ਸੀ, ਸੇਵਕ ਸੀ ਭਾਈ ਗੋਦੜੀਆ। ਤੇ ਭਾਈ ਜੀਵਨ ਨੇ ਆਖਿਆ ਵੀ ਤੈਨੂੰ ਕੋਈ ਰਾਜ ਸਾਜ ਦੀ ਖਬਰ ਨਹੀਂ ਹੈ। ਫਿਰ ਉੱਠ ਕਰਕੇ ਤੇ ਬੜੀ ਜ਼ੋਰ ਨਾਲ ਉਸ ਜ਼ਿਮੀਂਦਾਰ ਦੇ ਭਾਈ ਜੀਵਨ ਨੇ ਲੱਤ ਮਾਰ ਦਿੱਤੀ। ਗੁੱਸੇ ਵਿੱਚ ਆਏ ਨੇ, ਜਿੱਥੇ ਝਿੜਕਾਂ ਮਾਰਦਾ ਸੀ ਜ਼ੋਰ ਨਾਲ ਲੱਤ ਮਾਰ ਦਿੱਤੀ। ਵਾਹਿਗੁਰੂ। ਸੋ ਭਾਈ ਗੋਦੜੀਏ ਦੇ ਲੱਤ ਮਾਰ ਦਿੱਤੀ। ਤਾਂ ਗੁੱਸੇ ਵਿੱਚ ਆਏ ਹੋਣੇ ਤੇ ਆਖਣ ਲੱਗਾ ਵੀ ਤੈਨੂੰ ਕੋਈ ਰਾਜ ਸਾਜ ਦਾ ਪਤਾ ਨਹੀਂ, ਤੂੰ ਆਪਣਾ ਪੀਸਣ ਦਾ ਕੰਮ ਕਰ, ਤੂੰ ਚੱਕੀ ਚਲਾ, ਤੈਨੂੰ ਦਾਣੇ ਪੀਣ ਤੇ ਲਾਇਆ ਤੇ ਦਾਣੇ ਪੀਸੀ ਚੱਲ। ਤੇ ਭਾਈ ਗੋਦੜੀਏ ਨੇ ਫਿਰ ਬੋਲ ਦਿੱਤਾ ਆਪਣੇ ਮੁਖ ਤੋਂ, ਕਹਿਣ ਲੱਗਾ ਕਿ ਭਾਈ ਜੀਵਨ ਜੀ ਤੁਸੀਂ ਤਰਸ ਨਹੀਂ ਕਰਦੇ, ਤੁਸੀਂ ਕਿਰਪਾ ਨਹੀਂ ਕਰਦੇ ਹੋ, ਤੁਹਾਡੇ ਹਿਰਦੇ ਵਿੱਚ ਰਾਜ ਦਾ ਹੰਕਾਰ ਹੈ ਤੇ ਰਾਜ ਦੇ ਹੰਕਾਰ ਦੇ ਨਾਲ ਤੁਸੀਂ ਆਫਰੇ ਹੋਏ ਹੋ, ਰਾਜ ਦੇ ਹੰਕਾਰ ਦਾ ਤੁਹਾਨੂੰ ਫਰੇਵਾ ਹੋਇਆ ਹੈ। ਇਸ ਤਰ੍ਹਾਂ ਕਹਿ ਕੇ ਤੇ ਆ ਕੇ ਫਿਰ ਚੱਕੀ ਗੇੜਨ ਲੱਗ ਪਿਆ ਭਾਈ ਗੋਦੜੀਆ ਦਾਣੇ ਪਾ ਕੇ। ਬਸ ਬਚਨ ਕਰਨ ਦੀ ਦੇਰ ਸੀ, ਉਸੇ ਵੇਲੇ ਫਰੇਵਾ ਹੋ ਗਿਆ ਭਾਈ ਜੀਵਨ। ਭਾਈ ਜੀਵਨ ਵੀ ਭਾਈ ਭਗਤੂ ਦਾ ਪੁੱਤਰ ਸੀ, ਸਾਧ ਸੰਗਤ ਮਹਾਨ ਬੰਸ ਵਿੱਚੋਂ, ਤੇ ਉਹਨਾਂ ਦੇ ਘਰੇ ਰਹਿ ਕੇ ਸੇਵਾਦਾਰ ਸੀ ਭਾਈ ਗੋਦੜੀਆ। 21 ਜਪਜੀ ਸਾਹਿਬ ਕਰਦਾ ਤੇ ਜਿੱਥੇ ਸੇਵਾ ਚ ਲਾ ਦੇਣਾ ਤੇ ਲੱਗੇ ਹੀ ਰਹਿਣਾ। ਤੇ ਬੋਲਾਂ ਦੇ ਵਿੱਚ ਫਿਰ ਸੱਤਿਆ ਆ ਗਈ, ਗੁਰੂ ਸਾਹਿਬ ਜੀ ਨੇ ਬਰਕਤ ਪਾ ਦਿੱਤੀ।
ਤੇ ਬਚਨ ਕਰ ਦਿੱਤਾ ਵੀ ਤੁਹਾਨੂੰ ਰਾਜ ਭਾਗ ਦਾ ਹੰਕਾਰ ਵਾ, ਰਾਜ ਦੇ ਹੰਕਾਰ ਕਰਕੇ ਤੁਸੀਂ ਆਫਰੇ ਹੋ। ਉਸ ਬਚਨ ਦੇ ਨਾਲ ਫਿਰ ਭਾਈ ਜੀਵਨ ਨੂੰ ਅਫਰੇਮਾ ਹੋ ਗਿਆ ਤੇ ਬਹੁਤ ਦੁੱਖ ਪਾਇਆ। ਜਦੋਂ ਕੋਈ ਆਏ ਨਾ ਇਲਾਜ ਕਰਨ ਵਾਸਤੇ, ਵੈਦ ਹਕੀਮ ਬੁਲਾਏ, ਉਹਨਾਂ ਨੇ ਵੇਖਿਆ ਆ ਕਰਕੇ ਤੇ ਉਹਨਾਂ ਨੇ ਦੱਸਿਆ ਕਿ ਇਹ ਹੋਰ ਕੋਈ ਰੋਗ ਨਹੀਂ ਗਾ, ਇਹ ਤੁਹਾਡੇ ਸੇਵਕ ਦੇ ਬਚਨ ਕਰਕੇ ਪ੍ਰੇਮਾ ਹੋਇਆ। ਇਹ ਤੁਹਾਡੇ ਸੇਵਕ ਦੇ ਬਚਨਾਂ ਕਰਕੇ ਉਹ ਬਚਨ ਹੀ ਸ਼ਰਾਪ ਰੂਪ ਹੋ ਗਏ। ਇਸ ਕਰਕੇ ਤੁਹਾਡੇ ਦਾਸ ਨੇ ਸ਼ਰਾਪ ਦਿੱਤਾ ਹੈ। ਤੇ ਉਸ ਵੇਲੇ ਸੋਚਣ ਲੱਗੇ ਕਿ ਇਹ ਹੈ ਤਾਂ ਸਾਡੇ ਘਰ ਦਾ ਸੇਵਾਦਾਰ, ਪਰ ਸਾਡੇ ਨਾਲੋਂ ਵੀ ਵੱਧ ਗਿਆ। ਸਾਡੇ ਘਰ ਦੇ ਵਿੱਚ ਸੇਵਾ ਕਰਨ ਵਾਲਾ ਇਹ ਸਾਡੇ ਨਾਲੋਂ ਵੀ ਵੱਧ ਹੋ ਗਿਆ ਹੈ। ਜਿਸ ਦੇ ਬੋਲਣ ਦੇ ਨਾਲ ਸਾਡਾ ਸੁਖ ਨਾਸ ਹੋ ਜਾਂਦਾ, ਸਾਡਾ ਸੁਖ ਜਿਹੜਾ ਹੈ ਉਹ ਨਾਸ ਹੋ ਜਾਂਦਾ, ਜਿਸ ਦੇ ਮੂੰਹ ਤੋਂ ਬੋਲੇ ਹੋਏ ਬੋਲਾਂ ਕਰਕੇ। ਉਸ ਵੇਲੇ ਜੋ ਦੂਸਰੇ ਸਨ ਭਾਈ ਗੌਰਾ ਜੀ, ਉਹ ਬੇਨਤੀ ਕਰਦੇ ਹੋਏ ਨਾਲ ਆਪਣੇ ਭਾਈ ਜੀਵਨ ਨੂੰ ਲੈ ਕਰਕੇ ਆਏ। ਉਹਨਾਂ ਨੇ ਬੇਨਤੀ ਕੀਤੀ ਕਿ ਤੁਹਾਡੇ ਬੋਲਾਂ ਦੇ ਨਾਲ ਭਾਈ ਜੀਵਨ ਨੂੰ ਪ੍ਰੇਮਾ ਹੋ ਗਿਆ ਵਾ ਤੇ ਇਹਨਾਂ ਤੇ ਕਿਰਪਾ ਕਰੋ। ਸੇਵਕ ਨੂੰ ਆਖਿਆ। ਫਿਰ ਭਾਈ ਗੋਦੜੀਏ ਨੇ ਭਾਈ ਜੀਵਨ ਦੇ ਪੇਟ ਦੇ ਉੱਤੇ ਆਪਣਾ ਹੱਥ ਫੇਰਿਆ, ਆਪਣਾ ਹੱਥ ਉੱਤੇ ਫੇਰਿਆ। ਜਦੋਂ ਹੱਥ ਛੁਹਾਇਆ ਉਸੇ ਵੇਲੇ ਅਫਾਰਾ ਦੂਰ ਹੋ ਗਿਆ ਤੇ ਸੁਖੀ ਹੋ ਗਿਆ ਭਾਈ ਜੀਵਨ। ਫਿਰ ਸਾਰੇ ਇਕੱਠੇ ਹੋ ਕੇ ਮਿਲ ਕੇ ਗੱਲਬਾਤ ਕੀਤੀ ਤੇ ਭਾਈ ਗੋਦੜੀਏ ਨੂੰ ਆਖਿਆ ਕਿ ਭਾਈ ਗੋਦੜੀਆ, ਤੂੰ ਸਾਡੀ ਸੇਵਾ ਕਰਕੇ, ਸਾਡੇ ਘਰੇ ਸੇਵਾ ਕਰਕੇ ਤੂੰ ਇਹ ਮਹਾਨ ਸ਼ਕਤੀ ਪ੍ਰਾਪਤ ਕੀਤੀ ਹੈ ਕਿ ਤੂੰ ਗੁਣਾਂ ਵਿੱਚ ਬਹੁਤ ਵੱਧ ਗਿਆ ਅਦਕ, ਪਰ ਹੁਣ ਸਾਡੇ ਵਾਸਤੇ ਤੂੰ ਦੁਖਦਾਈ ਹੋ ਗਿਆ। ਹੁਣ ਤੇਰੇ ਬੋਲਾਂ ਕਰਕੇ ਸਾਨੂੰ ਪ੍ਰੇਮਾ ਹੋ ਜਾਂਦਾ ਹੈ। ਇਸ ਕਰਕੇ ਭਾਈ ਗੋਦੜੀਆ ਜੀ, ਹੁਣ ਅਸੀਂ ਨਹੀਂ ਤੈਨੂੰ ਕਹਿੰਦੇ ਵੀ ਆਹ ਕੰਮ ਕਰ। ਹੁਣ ਜਿੱਥੇ ਤੇਰੀ ਇੱਛਾ ਵਾ ਆਪਣੀ ਮਰਜ਼ੀ ਨਾਲ ਭਾਵੇਂ ਰਹਿ ਤੇ ਭਾਵੇਂ ਜਾ, ਜਿੱਥੇ ਮਰਜ਼ੀ ਆਪਣੀ ਇੱਛਾ ਦੇ ਨਾਲ ਤੁਸੀਂ ਵਿਚਰੋ। ਇਸ ਕਰਕੇ ਸਾਡੀ ਸ਼ਕਤੀ ਨਹੀਂ ਹੁਣ ਤੈਨੂੰ ਆਪਣੇ ਘਰੇ ਰੱਖਣ ਦੀ, ਤੂੰ ਤਾਂ ਸ਼ਰਾਪ ਕਹਿ ਦੇਣਾ। ਤੇਰੇ ਬੋਲ ਤਾਂ ਸਾਡੇ ਵਾਸਤੇ ਸ਼ਰਾਪ ਬਣ ਜਾਂਦੇ। ਹੁਣ ਮਿੱਥ ਕੇ ਥੋੜਾ ਉਹਨੇ ਸ਼ਰਾਪ ਦਿੱਤਾ ਸੀ, ਸੁਭਾਵਕ ਬੋਲੇ ਬੋਲ ਹੀ ਸ਼ਰਾਪ ਬਣ ਜਾਂਦੇ। ਪਿੱਛੇ ਕਰਨੀ ਕਮਾਈ ਹੈ, 21 ਜਪਜੀ ਸਾਹਿਬ ਦੇ ਪਾਠ ਹੈ, ਗੁਰਮੰਤਰ ਮੂਲ ਮੰਤਰ ਦਾ ਜਾਪ ਸਾਰਾ ਦਿਨ ਕਰਦਾ ਰਹਿੰਦਾ, ਸਾਰਾ ਦਿਨ ਸੇਵਾ ਕਰਦਾ ਰਹਿੰਦਾ। ਲੈਣਾ ਦੇਣਾ ਕੁਝ ਹੈ ਨਹੀਂ, ਹੋਰ ਕੋਈ ਇੱਛਾ ਨਹੀਂ ਹੈ, ਕੋਈ ਵਕਾਰ ਨਹੀਂ ਹੈ, ਕੋਈ ਲੋਭ ਨਹੀਂ ਹੈ, ਕੋਈ ਲਾਲਚ ਨਹੀਂ। ਇਸ ਕਰਕੇ ਗੁਰੂ ਕੀ ਬਖਸ਼ਿਸ਼ ਹੈ ਤਾਂ ਜਿਹੜਾ ਵੀ ਸੇਵਾ ਸਿਮਰਨ ਕਰੇਗਾ ਉਹਨੇ ਦਾਤ ਲੈਣੀ। ਤਾਂ ਇਹਨਾਂ ਬੇਨਤੀ ਕੀਤੀ ਵੀ ਭਾਈ ਗੋਦੜੀਆ ਜੀ, ਹੁਣ ਜਿੱਥੇ ਤੁਹਾਡੀ ਇੱਛਾ ਹੈ ਤੁਸੀਂ ਆਪਣੀ ਇੱਛਾ ਦੇ ਨਾਲ ਵਿਚਰੋ। ਇਹ ਫਿਰ ਬੋਲ ਸੁਣ ਕਰਕੇ ਆਪਣੀ ਇੱਛਾ ਦੇ ਨਾਲ ਹੀ ਫਿਰ ਵਿਚਰਨ ਲੱਗ ਪਏ ਭਾਈ ਗੋਦੜੀਆ ਜੀ। ਪਰ ਫਿਰ ਵੀ ਸੇਵਾ, ਜਿਹੜਾ ਵੀ ਕੋਈ ਇਹਨਾਂ ਨੂੰ ਕਹਿ ਦਿੰਦਾ ਹੈ ਨਾ ਵੀ ਆਹ ਕੰਮ ਕਰ ਦੋ, ਆਹ ਸੇਵਾ ਕਰ ਦੋ, ਉਹੀ ਕਰ ਦਿੰਦੇ ਹਨ। ਬਸ ਹੋਰ ਤਾਂ ਕੁਝ ਲੈਣਾ ਨਹੀਂ ਹੈ, ਕੋਈ ਲਾਲਚ ਨਹੀਂ ਹੈ। ਜਿੱਥੇ ਕੋਈ ਸੇਵਾ ਕਰਨੀ, ਭੋਜਨ ਹੀ ਛਕਣਾ ਹੈ। ਜਿਹੜਾ ਕੋਈ ਪ੍ਰਸ਼ਾਦਾ ਪਾਣੀ ਛਕਾ ਦਿੰਦਾ ਹੈ ਤੇ ਉਹ ਕਹਿ ਦਿੰਦਾ ਵੀ ਭਾਈ ਆਹ ਕੰਮ ਕਰਦੇ ਸਾਡਾ, ਤੇ ਉਹ ਕੰਮ ਕਰ ਦਿੰਦੇ ਹਨ। ਸਤਨਾਮ ਵਾਹਿਗੁਰੂ ਨੂੰ ਆਪਣੇ ਹਿਰਦੇ ਵਿੱਚ ਦਿਨੇ ਰਾਤ ਧਾਰਨ ਕੀਤਾ ਹੋਇਆ ਹੈ। ਹੋਰ ਵੀ ਜਿੱਥੇ ਕਿੱਥੇ ਭਾਈ ਗੋਦੜੀਆ ਨੇ ਜੋ ਬਚਨ ਕੀਤਾ ਹੈ, ਬਹੁਤ ਵਾਰੀ ਉਸੇ ਵੇਲੇ ਉਹ ਬਚਨ ਸਫਲਿਆ, ਪੂਰਾ ਹੋਇਆ, ਸਫਲ ਹੋਇਆ ਭਾਈ ਗੋਦੜੀਆ ਜੀ ਦਾ ਬਚਨ। ਆਪਣੇ ਜੀਵਨ ਵਿੱਚ ਜਿੱਥੇ ਜਿੱਥੇ ਵੀ ਉਹਨਾਂ ਨੇ ਕੋਈ ਬੋਲ ਬੋਲਿਆ ਨਾ, ਜਿਸ ਦੇ ਨਾਲ ਉਹ ਬਚਨ ਉਹਨਾਂ ਦਾ ਪੂਰਾ ਹੋਇਆ। ਕਹਿੰਦੇ ਫਿਰ ਆਪਣੇ ਘਰੇ ਜਾ ਕੇ ਵਸਿਆ। ਭਾਈ ਗੋਦੜੀਆ ਜੀ ਦਾ ਪਹਿਲਾਂ ਵਿਆਹ ਹੋਇਆ ਸੀ, ਇਸ ਬਚਨ ਤੋਂ ਬਾਅਦ ਵਿੱਚ ਫਿਰ ਆਪਣੇ ਘਰੇ ਜਾ ਕੇ ਵਸੇ। ਭਾਈ ਗੋਦੜੀਆ ਜੀ ਦੇ ਘਰ ਵਿੱਚ 3 ਪੁੱਤਰਾਂ ਨੇ ਜਨਮ ਲਿਆ। ਇੱਕ ਦਿਨ ਤੁਰਦੇ ਫਿਰਦੇ ਹੀ ਨਾ ਵਿਚਰਦੇ ਹੋਏ
ਕਿਸੇ ਹੋਰ ਪਿੰਡ ਵਿੱਚ ਚਲੇ ਗਏ। ਇੱਕ ਜ਼ਿਮੀਂਦਾਰ ਜੋ ਆਪਣੇ ਖੇਤਾਂ ਵਾਲੀ ਥਾਂ ਤੇ ਸੀ, ਤਾਂ ਉਸ ਨੇ ਕਣਕ ਵੱਢਣ ਲਾ ਦਿੱਤਾ ਭਾਈ ਗੋਦੜੀਆ ਜੀ। ਉਹਨੂੰ ਪਤਾ ਵੀ ਇਹ ਸਾਧੂ ਹੈ, ਵਿਹਲਾ ਹੀ ਹੈ, ਇਹਨੂੰ ਜਿਹੜਾ ਮਰਜ਼ੀ ਲਾ ਲੈਂਦਾ ਸੇਵਾ ਤੇ, ਵੀ ਮੋੜਦੇ ਨਹੀਂ, ਵਚਨ ਨਹੀਂ ਮੋੜਦੇ ਕਿ ਚੱਲ ਆਪਾਂ ਕਣਕ ਵੱਢਦੇ ਆ, ਵਾਢੀ ਕਰਦੇ ਆ, ਚੱਲ ਇਹਨੂੰ ਲਾ ਲਈਏ, ਭਾਈ ਗੋਦੜੀਏ ਨੂੰ ਲਾ ਲਈਏ। ਤੇ ਉਹ ਜ਼ਿਮੀਂਦਾਰ ਨੇ ਕਣਕ ਵੱਢਣ ਲਾ ਲਿਆ ਨਾਲ। ਸਵੇਰ ਤੋਂ ਸ਼ਾਮ ਤੱਕ ਵਾਢੀ ਕੀਤੀ ਭਾਈ ਗੋਦੜੀਏ। ਆ ਥੋੜਾ ਸਮਾਂ ਹੀ ਹੋਇਆ ਕੰਪਾਈਨਾਂ ਨਾਲ ਵਾਢੀ ਚੱਲੀ ਨੂੰ, ਪਹਿਲਾਂ ਤੇ ਹੱਥੀਂ ਵੱਢਦੇ ਸੀ ਲੋਕ। ਤਾਂ ਉਸ ਵੇਲੇ ਫਿਰ ਉਹ ਸਾਰੀ ਦਿਹਾੜੀ ਵਾਢੀ ਕੀਤੀ ਕਣਕ ਦੀ, ਤੇ ਉਹ ਜ਼ਿਮੀਂਦਾਰ ਨੇ ਕਣਕ ਦੇ ਵਢਾਲੀ ਤੇ ਪ੍ਰਸ਼ਾਦਾ ਪਾਣੀ ਛਕਾਇਆ ਹੀ ਨਹੀਂ। ਨਾ ਪ੍ਰਸ਼ਾਦਾ ਛਕਾਇਆ, ਨਾ ਪਾਣੀ ਪਿਆਇਆ, ਖਾਣ ਪੀਣ ਦੀ ਕੋਈ ਖਬਰਸਾਰ ਹੀ ਨਹੀਂ ਲਈ। ਸ਼ਾਮਾਂ ਪੈ ਗਈਆਂ ਤੇ ਜੱਟ ਨੇ ਮਨ ਵਿੱਚ ਜਾਣਿਆ, ਤੇ ਉਸ ਵੇਲੇ ਆਖਿਆ ਉਹ ਜ਼ਿਮੀਂਦਾਰ ਨੇ ਵੀ ਆਓ ਭਾਈ ਜੀ, ਭਾਈ ਗੋਦੜੀਆ ਜੀ ਚੱਲੋ ਘਰ ਨੂੰ ਚੱਲੀਏ, ਹੁਣ ਸ਼ਾਮਾਂ ਪੈ ਗਈਆਂ ਤੇ ਘਰੇ ਜਾ ਕੇ ਤੁਹਾਨੂੰ ਖਿਚੜੀ ਛਕਾਉਣੀ ਹੈ, ਘਰੇ ਜਾ ਕੇ ਤੁਹਾਨੂੰ ਖਿਚੜੀ ਦੇਣੇ ਹਾਂ, ਭਲੀ ਪ੍ਰਕਾਰ ਤੁਹਾਨੂੰ ਰਜਾਵਾਂਗੇ, ਚੰਗੀ ਤਰ੍ਹਾਂ ਤ੍ਰਿਪਤ ਕਰਾਂਗੇ, ਸਵੇਰ ਦਾ ਕੁਝ ਖਵਾਇਆ ਨਹੀਂ ਤੁਹਾਨੂੰ। ਭਾਈ ਗੋਦੜੀਆ ਗੁੱਸੇ ਜਿਹਦੇ ਵਿੱਚ ਆ ਗਿਆ, ਤੇ ਗੁੱਸੇ ਵਿੱਚ ਆ ਕੇ ਫਿਰ ਵਚਨ ਕੀਤਾ, ਕਹਿੰਦਾ ਹੁਣ ਮੈਨੂੰ ਚੰਗੀ ਤਰ੍ਹਾਂ ਹੀ ਵੱਢ ਲੈਣ ਦੇ ਕਰਾਂ, ਹੁਣ ਚੰਗੀ ਤਰ੍ਹਾਂ ਭਲੀ ਪ੍ਰਕਾਰ ਹੀ ਮੈਨੂੰ ਵੱਢ ਲੈਣ ਦੇ। ਉਹ ਵਚਨ ਕੀਤਾ ਤੇ ਫਿਰ ਉਹਨਾਂ ਵਚਨਾਂ ਨਾਲ ਹੀ ਉਹ ਗੁੱਸੇ ਕਰਕੇ ਫਿਰ ਇਸ ਵਿੱਚ ਆ ਕੇ ਵਚਨ ਹੋ ਗਿਆ, ਤੇ ਉਹ ਜਿਹੜਾ ਜੱਟ ਸੀ ਉਹ ਦੁਖੀ ਹੋ ਗਿਆ। ਉਸੇ ਵੇਲੇ ਹੀ ਹਾਏ ਹਾਏ ਕਰਨ ਲੱਗ ਪਿਆ, ਉੱਚੀ ਉੱਚੀ ਕਰਨ ਲੱਗ ਪਿਆ। ਉਹਨੂੰ ਹੀ ਪਤਾ ਵੀ ਉਹਨੂੰ ਕੀ ਹੋ ਗਿਆ। ਭਾਈ ਗੋਦੜੀਆ ਕਹਿੰਦਾ ਮੈਨੂੰ ਚੰਗੀ ਤਰ੍ਹਾਂ ਹੀ ਵੱਢ ਲੈਣ ਦੇ, ਤੇ ਉਹ ਹਾਏ ਹਾਏ ਕਰਨ ਲੱਗ ਪਿਆ ਉੱਚੀ ਉੱਚੀ। ਲੋਕਾਂ ਨੇ ਆਖਿਆ ਵੀ ਇਹ ਤਾਂ ਮਹਾਨ ਅਜਮਤੀ ਆ, ਮਹਾਨ ਸ਼ਕਤੀ ਵਾਲਾ ਵਾ, ਤੇ ਤੂੰ ਇਹਨੂੰ ਕਣਕ ਵੱਢਣ ਲਾਇਆ ਪਿਆ ਹੈ। ਤੂੰ ਜਿਹੜੇ ਇਹ ਬਹੁਤੀ ਜ਼ਿਆਦੀ ਕਾਰ ਇਹਦੇ ਤੋਂ ਕਰਾਈ ਹੈ, ਹਾਲੇ ਵੀ ਤੂੰ ਇਹਦੀ ਕੋਈ ਸੇਵਾ ਕਰ, ਦਹੀਂ ਦੂਈ ਲਿਆ ਕੇ ਛਕਾ ਇਸ ਮਹਾਂਪੁਰਖ ਨੂੰ, ਆਪਣੇ ਘਰੋਂ ਦਹੀਂ ਲਿਆ ਤੇ ਛਕਾ। ਸਵੇਰ ਦਾ ਗਰਮੀ ਦੇ ਵਿੱਚ ਮੱਚ ਗਿਆ ਕਣਕ ਵੱਢਦਾ ਹੋਇਆ, ਫਿਰ ਦਹੀਂ ਛਕਾ ਕੇ ਨਾ ਤੇ ਹੱਥ ਜੋੜ ਕੇ ਬੇਨਤੀ ਕਰਕੇ ਬਖਸ਼ਾ ਆਪਣੀ। ਇਹ ਮਹਾਂਪੁਰਖਾ ਤੇ ਇਹਦੇ ਬੋਲ ਸੱਤ ਹੁੰਦੇ ਆ, ਤੂੰ ਸਵੇਰ ਤੋਂ ਸ਼ਾਮ ਦੀ ਕਣਕ ਵਢਾਈ ਆ ਤੇ ਨਾ ਕੁਝ ਛਕਾਇਆ, ਨਾ ਪਾਣੀ ਪਿਆਇਆ, ਉਹ ਗਰਮੀ ਦੇ ਵਿੱਚ ਮੱਚ ਗਿਆ ਕਣਕ ਵੱਢਦਾ। ਇਸ ਕਰਕੇ ਆਪਣੇ ਆਪ ਨੂੰ ਬਖਸ਼ਾਉਣਾ ਤੇ ਕੋਈ ਦਹੀਂ ਛਕਾ ਲਿਆ ਕੇ, ਫਿਰ ਹੱਥ ਜੋੜ ਕੇ ਬੇਨਤੀ ਕਰਕੇ ਬਖਸ਼ਾਏ। ਲੋਕਾਂ ਨੇ ਸਲਾਹ ਦਿੱਤੀ ਉਸ ਜ਼ਿਮੀਂਦਾਰ ਨੂੰ। ਫਿਰ ਜੱਟ ਜ਼ਿਮੀਂਦਾਰ ਗਿਆ, ਉਹਨੇ ਆਪਣੇ ਮਾਤਾ ਨੂੰ ਆਖਿਆ ਵੀ ਮਾਤਾ ਦਹੀਂ ਛਕਾਉਣਾ ਵਾ, ਤੇ ਉਹ ਮਾਈ ਫਿਰ ਦਹੀਂ ਲੈ ਕੇ ਆਈ ਤੇ ਦਹੀਂ 'ਚ ਮਿਰਚਾਂ ਪਾਤੀਆਂ ਜ਼ਿਆਦੀਆਂ। ਉਹ ਅੱਗੇ ਲਿਆ ਕੇ ਦਹੀਂ ਰੱਖ ਦਿੱਤਾ, ਛਕ ਤਾਂ ਗਿਆ ਪਰ ਮਿਰਚਾਂ ਜ਼ਿਆਦੀਆਂ ਵਿੱਚ ਪਾਈਆਂ ਹੋਈਆਂ ਸੀ। ਉਹ ਬਹੁਤਾ ਜਿਹੜਾ ਚਟਪਟਾ ਜਿਹਾ ਦਹੀਂ ਬਣਿਆ ਸੀ ਨਾ, ਮਿਰਚਾਂ ਵਾਲਾ ਸੀ, ਉਹ ਖਾ ਕਰਕੇ ਛਕ ਕਰਕੇ ਫਿਰ ਬੋਲਿਆ, ਛਕ ਤਾਂ ਲਿਆ ਦਹੀਂ, ਮਾਈ ਨੇ ਬੈਠ ਕੇ ਛਕਾ ਦਿੱਤਾ, ਜ਼ਿਮੀਂਦਾਰ ਵੀ ਨਾਲ ਹੀ ਆਇਆ ਹੋਣਾ, ਤੇ ਫਿਰ ਛਕ ਕੇ ਬਾਅਦ ਚ ਬਚਨ ਕੀਤਾ, ਕਹਿੰਦੇ ਮਾਈਏ ਤੈਨੂੰ ਸੱਪ ਲੜ ਜੇ ਦੀਆਂ ਮਿਰਚਾਂ ਪਾਉਣੀਆਂ, ਮਾਈਏ ਤੈਨੂੰ ਸੱਪ ਲੜ ਜੇ ਇੰਨੀਆਂ ਮਿਰਚਾਂ ਪਾਉਣੀਆਂ ਸੀ ਦਹੀਂ ਦੇ ਵਿੱਚ। ਉਹ ਰਾਤ ਦਾ ਸਮਾਂ ਹੋਇਆ ਤੇ ਮਾਈ ਨੂੰ ਵੀ ਸੱਪ ਲੜ ਗਿਆ ਤੇ ਉਹ ਜ਼ਿਮੀਂਦਾਰ ਨੂੰ ਵੀ ਸੱਪ ਲੜ ਗਿਆ, ਦੋਵੇਂ ਸੱਪ ਲੜ ਕੇ ਮਰ ਗਏ। ਬੋਲਾਂ ਵਿੱਚ ਸੱਤਿਆ, ਜਿਨਨੇ ਗੁਰੂ ਘਰ ਦੇ ਸਿੱਖਾਂ ਦੇ ਘਰ ਦੇ ਵਿੱਚ ਰਹਿ ਕੇ ਸੇਵਾ ਕੀਤੀ, ਉਹਦੇ ਵਿੱਚ ਇੰਨੀ ਸੱਤਿਆ ਆ ਗਈ। ਸਿੱਧੀ ਗੁਰੂ ਘਰ ਦੇ ਵਿੱਚ ਨਹੀਂ ਸੇਵਾ ਕੀਤੀ। ਗੁਰੂ ਰਾਮਦਾਸ ਸਾਹਿਬ ਜੀ ਦੇ ਬਚਨਾਂ ਨਾਲ ਭਾਈ ਭਗਤੂ ਪੈਦਾ ਹੋਇਆ, ਤੇ ਭਾਈ ਭਗਤੂ ਦਾ ਪੁੱਤਰ ਭਾਈ ਗੌਰਾ ਤੇ ਭਾਈ ਜੀਵਨ, ਉਹਨਾਂ ਦੇ ਘਰ ਵਿੱਚ ਰਹਿ ਕਰਕੇ ਸੇਵਾ ਕੀਤੀ ਆ।
ਤੇ ਨਾਲ ਜਪਜੀ ਸਾਹਿਬ ਦੇ 21 ਪਾਠ ਕੀਤੇ ਆ। ਤੇ ਉਸ ਭਾਈ ਗੋਦੜੀਏ ਦੇ ਬੋਲਾਂ ਵਿੱਚ ਇਹ ਸੱਤਿਆ ਵੀ ਜੋ ਬੋਲਦਾ ਉਹ ਪੂਰਾ ਹੀ ਹੋਈ ਜਾਂਦਾ। ਤੇ ਉਹ ਮਾਈ ਸੱਪ ਲੜ ਕੇ ਮਰ ਗਈ। ਬਚਨ ਤੇ ਸੁਭਾਵਿਕ ਹੀ ਕੀਤਾ ਸੀ, ਇਹ ਥੋੜਾ ਵੀ ਮਿੱਥ ਕੇ ਕੀਤਾ ਸੀ ਵੀ ਸੱਪ ਲੜਾਉਣਾ ਹੀ ਆ। ਉਹ ਮਿਰਚਾਂ ਲੱਗੀਆਂ ਸੀ ਤੇ ਸੁਭਾਵਿਕ ਕਹਿ ਦਿੱਤਾ ਮਾਈਏ ਤੈਨੂੰ ਸੱਪ ਲੜ ਜਾਈਆਂ, ਮਿਰਚਾਂ ਪਾਈਆਂ ਤੇ ਮਾਈ ਨੂੰ ਸੱਪ ਲੜ ਗਿਆ। ਉਹ ਬਚਨ ਸਿੱਧਾ ਤੀਰ ਵਾਂਗੂ ਜਾ ਵੱਜਿਆ। ਤਾਂ ਇਸ ਪ੍ਰਕਾਰ ਦੇ ਨਾਲ ਜਦੋਂ ਦਿਨ ਹੋਇਆ ਤੇ ਫਿਰ ਉੱਠ ਕਰਕੇ ਕਿਸੇ ਪਾਸੇ ਨੂੰ ਗਏ ਭਾਈ ਗੋਦੜੀਆ ਜੀ। ਕਈ ਦਿਨ ਫਿਰ ਬਹੁਤ ਥਾਵਾਂ ਦੇ ਉੱਤੇ ਫਿਰਦੇ ਰਹੇ। ਇਸ ਤਰ੍ਹਾਂ ਇਹ ਮਸਤ ਸੀ ਸੁਭਾਅ ਇਹਨਾਂ ਦਾ। ਉਹ ਕਿਸੇ ਆਪਣੇ ਆਨੰਦ ਦੇ ਵਿੱਚ ਹੀ ਵਿਚਰਦੇ ਸਨ। ਗੁਰੂ ਸਾਹਿਬ ਜੀ ਨੇ ਕਿਤੇ ਉਹਨਾਂ ਦੀ ਅਵਸਥਾ ਐਸੀ ਬਣਾਈ ਹੈ, ਉਹ ਆਪਣੀ ਉੱਚੀ ਅਵਸਥਾ ਵਿੱਚ ਆਪਣੀ ਮੌਜ ਵਿੱਚ ਆਨੰਦ ਵਿੱਚ ਵਿਚਰਦੇ ਰਹਿੰਦੇ। ਸੁਭਾਵਿਕ ਹੀ ਜਿੱਧਰ ਨੂੰ ਜੀ ਕਰਦਾ ਉਧਰ ਕਈ ਦਿਨ ਵਿਚਰਦੇ ਰਹੇ। ਤੇ ਕਈਆਂ ਦਿਨਾਂ ਤੋਂ ਬਾਅਦ ਫਿਰ ਆਪਣੇ ਘਰੇ ਆਏ ਸਹਿਜ ਸੁਭਾਅ ਵਿਚਰਦੇ ਹੋਏ। ਹੁਣ ਘਰ ਵਾਲੇ ਵੀ ਜੋ ਕਹਿ ਦਿੰਦੇ ਹਨ ਉਹ ਘਰ ਦਾ ਕੰਮ ਵੀ ਕਰ ਦਿੰਦੇ ਹਨ। ਤੇ ਜਪਜੀ ਸਾਹਿਬ ਦਾ ਨੇਮ ਉਸੇ ਤਰ੍ਹਾਂ ਚੱਲਦਾ। 21 ਜਪਜੀ ਸਾਹਿਬ ਰੋਜ਼ ਕਰਦੇ ਤੇ ਵਾਹਿਗੁਰੂ 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 ਕਰਦੇ ਰਹਿੰਦੇ ਹਨ। ਇੱਕ ਦਿਨ ਫਿਰ ਖੇਤ ਵਿੱਚ ਆ ਗਏ ਚਲਦੇ ਚਲਦੇ। ਉਹ ਘਰ ਵਾਲਿਆਂ ਨੇ ਆਖਿਆ ਵੀ ਆ ਸਰੋਂ ਪੁੱਟ ਦਿਓ ਤੁਸੀਂ। ਘਰ ਵਾਲਿਆਂ ਨੇ ਸਰੋਂ ਪੱਕੀ ਪਈ ਸੀ ਤੇ ਸਰੋਂ ਪੁੱਟਣ ਲਾ ਦਿੱਤਾ। ਤੇ ਉਸ ਵੇਲੇ ਫਿਰ ਉਹ ਸਾਰਾ ਦਿਨ ਸਰੋਂ ਪੁੱਟਦੇ ਰਹੇ। ਤੇ ਇੱਕ ਉੱਥੇ ਸਾਧੂ ਕੋਈ ਭਲਾ ਪੁਰਸ਼ ਲੰਘਿਆ ਤੇ ਉਹਨੇ ਪੁੱਛਿਆ ਵੀ ਭਾਈ ਕੀ ਕਰ ਰਿਹਾ ਹੈ? ਕਿਸ ਪਰਚੇ ਵਿੱਚ ਚਿੱਤ ਧਾਰਨ ਕੀਤਾ ਹੋਇਆ ਹੈ, ਕੀ ਕਰ ਰਿਹਾ ਹੈ? ਸੁਭਾਵਿਕ ਹੀ ਹੈ ਨਾ ਸਾਡਾ ਸੰਸਾਰੀ ਜੀਵਾਂ ਦਾ ਇਸ ਤਰ੍ਹਾਂ ਸੁਭਾਅ ਵਾ। ਪਤਾ ਨਹੀਂ ਹੁੰਦਾ ਵੀ ਅਗਲਾ ਬੰਦਾ ਕੀ ਕਰਨ ਡਿਆ ਵਾ, ਵੀ ਬੁਲਾਉਣ ਵਾਸਤੇ ਆਪਾਂ ਕਹਿੰਦੇ ਵੀ ਭਾਈ ਕੀ ਕਰਨ ਡਿਆ ਹੈ, ਤੇ ਉਹ ਫਿਰ ਦੱਸਦਾ ਵਾ ਵੀ ਆਹ ਕਰਨ ਡਿਆ। ਜਾਂ ਇਸੇ ਤਰ੍ਹਾਂ ਹੋਰ ਵੀ ਜਦੋਂ ਆਪਾਂ ਇੱਕ ਦੂਸਰੇ ਨਾਲ ਗੱਲਬਾਤ ਕਰਨੀ ਹੁੰਦੀ ਤੇ ਉਸ ਵੇਲੇ ਇਸ ਤਰ੍ਹਾਂ ਦੀ ਵਾਰਤਾ ਕੀਤੀ ਜਾਂਦੀ ਹੈ। ਤਾਂ ਉਹ ਰਾਈ ਨੇ ਜਾਂਦਿਆਂ ਹੋਇਆਂ ਪੁੱਛ ਲਿਆ ਕਿ ਭਾਈ ਕਿੱਧਰ ਆਪਣਾ ਚਿੱਤ ਪਰਚਿਆ ਹੋਇਆ, ਕੀ ਕਰਦੇ ਹੋ? ਤੇ ਉਹ ਸਵੇਰ ਤੋਂ ਸ਼ਾਮ ਤੱਕ ਭਾਈ ਗੋਦੜੀਆ ਲੱਗਾ ਸੀ ਸਰੋਂ ਪੁੱਟਣ ਵਿੱਚ। ਘਰਦਿਆਂ ਨੇ ਪਿੱਛੇ ਰੋਟੀ ਪਾਣੀ ਇਹਨਾਂ ਨੂੰ ਨਹੀਂ ਪਹੁੰਚਾਇਆ ਹੈ ਵੀ ਚਲੋ ਲੱਗਾ ਤੇ ਲੱਗਾ ਵੀ ਆਪੇ ਆ ਕੇ ਘਰੇ ਖਾ ਲੇ। ਉਹਨੇ ਪੁੱਛ ਲਿਆ ਤੇ ਸੁਭਾਅ ਕੀ ਕਰਨ ਡਏ ਹੋ? ਤੇ ਕਹਿੰਦਾ ਵੀ ਆ ਜੜ੍ਹਾਂ ਪੁੱਟਣ ਦਿਆਂ ਘਰਦਿਆਂ ਦੀਆਂ ਜੜ੍ਹਾਂ ਪੁੱਟਣ ਦਿਆਂ। ਇਹ ਸੁਭਾਵਿਕ ਵਚਨ ਉਸ ਵੇਲੇ ਕਹਿ ਦਿੱਤਾ। ਤਾਂ ਇਸ ਪ੍ਰਕਾਰ ਪੁੰਨ ਲਗਬੇ ਕਹੋ ਨਾਹਿਨ ਬਾਸ਼ੇ, ਵੀ ਇਹ ਦੁਬਾਰਾ ਨਾ ਲੱਗਣ। ਇਸ ਤਰ੍ਹਾਂ ਇਹ ਪੁੱਟਣ ਡਿਆ ਹਾਂ। ਜਦੋਂ ਉਸ ਸਾਧੂ ਨੂੰ ਇਹ ਉੱਤਰ ਦਿੱਤਾ ਹੈ ਤੇ ਉਹ ਸੁਣ ਕੇ ਚਲੇ ਗਿਆ। ਸਾਧੂ ਵੀ ਉਹਨੂੰ ਜਵਾਬ ਅੱਗੋਂ ਬੜਾ ਕਰਾਰਾ ਜਿਹਾ ਮਿਲ ਗਿਆ। ਉਹਨੇ ਪੁੱਛਿਆ ਕੀ ਕਰਨ ਡਿਆ? ਤੇ ਇਹਨੇ ਮਹਾਂਪੁਰਖ ਨੇ ਕਹਿਤਾ ਘਰਦਿਆਂ ਦੀਆਂ ਜੜ੍ਹਾਂ ਪੁੱਟਣ ਡਿਆ। ਤੇ ਉਹ ਫਿਰ ਸੁਣ ਕੇ ਉੱਤਰਦਾ ਚਲੇ ਗਿਆ ਹੈ। 3 ਪੁੱਤਰ ਸੀ ਜਿਹੜੇ ਭਾਈ ਗੋਦੜੀਏ ਦੇ ਘਰ ਦੇ ਵਿੱਚ ਪੈਦਾ ਹੋਏ ਪਹਿਲਾਂ। ਜਦੋਂ ਇਹ ਬਚਨ ਹੋਇਆ ਨਾ ਘਰਦਿਆਂ ਦੀਆਂ ਜੜ੍ਹਾਂ ਪੁੱਟਣ ਦਿਆ, ਤੇ ਇਸ ਬਚਨ ਨਾਲ 3 ਪੁੱਤਰ ਮਰ ਗਏ। ਆਪਣੇ ਪੁੱਤਰ 3 ਹੀ ਸਮਾਪਤ ਹੋ ਗਏ। ਪਰ ਇਸ ਗੁਰਮੁਖ ਦੇ, ਇਸ ਗੁਰੂ ਕੇ ਪਿਆਰੇ ਦੇ ਹਿਰਦੇ ਵਿੱਚ ਨਾ ਜਨਮੇ ਦੀ ਖੁਸ਼ੀ ਹੈ, ਨਾ ਮਰੇ ਦਾ ਸ਼ੋਕ ਹੈ, ਨਾ ਹਰਖ ਹੈ, ਨਾ ਸ਼ੋਕ ਹੈ, ਲੇਸ਼ ਮਾਤਰ ਵੀ ਮਨ ਵਿੱਚ ਨਹੀਂ ਹੈ। ਐਸੀ ਅਵਸਥਾ ਦੇ ਵਿੱਚ, ਐਸੀ ਅਵਸਥਾ ਵਿੱਚ ਇਹ ਗੁਰਮੁਖ ਵਿਚਰਦਾ ਹੈ ਜਿੱਥੇ ਭੋਰਾ ਮਾਤਰ ਵੀ ਪਦਾਰਥ ਆਏ ਦੀ ਖੁਸ਼ੀ ਨਹੀਂ ਤੇ ਗਏ ਦਾ ਸ਼ੋਕ ਨਹੀਂ ਹੈ। ਬਰਾਬਰ ਅਵਸਥਾ ਤੇ ਬਚਨ ਜਿਹੜਾ ਉਹ ਪੂਰਾ ਹੁੰਦਾ ਹੈ। ਤੇ ਉਹ 3 ਪੁੱਤਰ ਸਮਾਪਤ ਹੋ ਗਏ। ਕਹਿੰਦੇ ਇਸ ਦੀ ਅਵਸਥਾ ਇਹ ਹੈ ਕਿ ਇਹਦੇ ਸਾਹਮਣੇ ਸੋਨਾ ਤੇ ਧੂੜ ਮਿੱਟੀ ਦਾ ਕਣ ਇੱਕ ਬਰਾਬਰ ਹੈ।
ਘਰ ਤੇ ਜੰਗਲ ਉਹ ਵੀ ਇੱਕ ਬਰਾਬਰ ਹੈ। ਇਸ ਤਰੀਕੇ ਦਾ ਤੇ ਐਸੀ ਅਵਸਥਾ ਦੇ ਵਿੱਚ ਵਿਚਰਦਾ ਹੈ। ਜਿਸ ਵੇਲੇ ਇਸ ਸਿੱਖ ਨੇ ਭਾਈ ਗੋਦੜੀਏ ਨੇ ਸੁਣਿਆ ਨਾ ਕਿ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਏ ਆ ਸਾਬੋ ਕੀ ਤਲਵੰਡੀ, ਤੇ ਵੀ ਬਹੁਤ ਖੁਸ਼ ਹੋਇਆ ਹੈ। ਇਹ ਸਹਿਜ ਸੁਭਾਇਕ ਵਿਚਰਦਾ ਹੋਇਆ ਫਿਰ ਆ ਗਿਆ ਏ ਸਾਬੋ ਕੀ ਤਲਵੰਡੀ। ਭਾਈ ਗੋਦੜੀਏ ਨੇ ਆ ਕੇ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਰਸ਼ਨ ਕੀਤੇ ਤੇ ਬਹੁਤ ਹੀ ਜ਼ਿਆਦਾ ਆਨੰਦ ਪ੍ਰਾਪਤ ਹੋਇਆ, ਕਿਉਂਕਿ ਸਤਿਗੁਰੂ ਦੇ ਦਰਸ਼ਨਾਂ ਵਿੱਚੋਂ ਮਿਲਦਾ ਹੀ ਆਨੰਦ ਹੈ। ਸਾਧ ਸੰਗਤ, ਆਨੰਦ ਦਾ ਘਰ ਹੀ ਇੱਕੋ ਹੈ। ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਸਤਿਗੁਰ ਦਾ ਪਾਇਆ ਸਹਿਜ ਸੇਤੀ ਮਨ ਵਜੀਆ ਵਾਧਾਈਆ। ਇਹ ਗੁਰੂ ਘਰ ਦੇ ਵਿੱਚੋਂ ਹੀ ਆਨੰਦ ਮਿਲਦਾ ਹੈ, ਕਿਉਂਕਿ ਮਹਾਰਾਜ ਸਾਹਿਬ ਜੀ ਦਾ ਘਰ ਹੀ ਆਨੰਦ ਦਾ ਦਾਤਾ। ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ, ਸਿਰ ਸਾਹਾਂ ਪਾਤਸ਼ਾਹੋ ਨਿਹਚਲ ਚੌਰ ਛੱਤ। ਇਸੇ ਘਰ ਨੂੰ ਆਖਿਆ ਤੇਰੇ ਘਰ ਆਨੰਦ ਵਧਾਈ ਤੁਧ ਘਰ। ਮਹਾਰਾਜ ਆਪ ਜੀ ਦੇ ਘਰ ਵਿੱਚ ਆਨੰਦ ਹੈ, ਤੇ ਜਿਸ ਘਰ ਵਿੱਚ ਆਨੰਦ ਹੈ ਫਿਰ ਉਤੋਂ ਆਨੰਦ ਮਿਲਦਾ ਹੈ। ਜਿਸ ਮਿਲਿਆ ਮਨ ਹੋਏ ਆਨੰਦ ਸੋ ਸਤਿਗੁਰ ਕਹੀਐ। ਮਨ ਕੀ ਦੁਬਦਾ ਬਿਨਸ ਜਾਏ ਹਰ ਪਰਮ ਪਦ ਲਹੀਐ। ਤਾਂ ਭਾਈ ਗੋਦੜੀਏ ਨੇ ਕਲਗੀਧਰ ਬਾਜਾਂ ਵਾਲੇ ਸਤਿਗੁਰੂ ਜੀ ਦੇ ਦਰਸ਼ਨ ਕੀਤੇ ਤੇ ਬਹੁਤ ਆਨੰਦ ਪ੍ਰਾਪਤ ਹੋਇਆ। ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਕਮਲਾਂ ਤੇ ਵਾਰ-ਵਾਰ ਵੰਦਨਾ ਕੀਤੀ ਹੈ, ਵਾਰ-ਵਾਰ ਨਮਸਕਾਰ ਕੀਤੀ ਹੈ। ਸਤਿਗੁਰੂ ਜੀ ਨੇ ਫਿਰ ਪੁੱਛਣਾ ਕੀਤਾ ਹੈ ਭਾਈ ਗੋਦੜੀਏ ਨੂੰ ਹਾਲ। ਲੋਕਾਂ ਨੇ ਦੱਸਿਆ ਮਹਾਰਾਜ ਇਹ ਭਾਈ ਗੋਦੜੀਆ ਬਹੁਤ ਵੱਡਾ ਸੰਤ ਹੈ। ਮਹਾਰਾਜ ਇਹ ਆਪ ਜੀ ਦੀ ਕਿਰਪਾ ਦੇ ਨਾਲ ਇਹਦੇ ਬੋਲ ਪੂਰੇ ਹੁੰਦੇ, ਇਹ ਬਹੁਤ ਵੱਡਾ ਸੰਤ ਹੈ। ਉਹ ਸਾਰੇ ਜਿਹੜੇ ਪ੍ਰਸੰਗ ਸੀ ਨਾ, ਜਿਹੜੇ ਆਪਾਂ ਪਿੱਛੇ ਪੜ੍ਹ ਚੁੱਕੇ ਆ, ਇਹ ਫਿਰ ਲੋਕਾਂ ਨੇ ਜਿਨ੍ਹਾਂ ਨੇ ਇਹ ਸਾਰੇ ਵੇਖੇ ਸੀ ਜਾਣੇ ਸੀ, ਉਹਨਾਂ ਨੇ ਸਾਰੇ ਪ੍ਰਸੰਗ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਦੱਸੇ। ਉਹ ਲੋਕਾਂ ਨੇ ਵੇਖਣ ਵਾਲਿਆਂ ਨੇ ਸੰਗਤ ਨੇ ਦੱਸੇ ਕਿ ਮਹਾਰਾਜ ਜਿਵੇਂ ਇਸ ਸੰਤ ਦਾ ਚਿੱਤ ਰੰਗਿਆ ਹੋਇਆ, ਜਿਵੇਂ ਇਸ ਦਾ ਚਿੱਤ ਨਾਮ ਰੰਗ ਵਿੱਚ ਰੰਗਿਆ ਹੋਇਆ ਹੈ, ਇਹਦੀ ਐਸੀ ਅਵਸਥਾ ਹੈ, ਇਹਦੇ ਵਾਸਤੇ ਆਪਣਾ ਪਰਾਇਆ ਇੱਕੋ ਜਿਹਾ ਹੀ ਹੈ। ਮਹਾਰਾਜ ਇਹਦੇ ਰਸਨਾ ਦੇ ਬੋਲ ਬਾਹਰਲਿਆਂ ਵਾਸਤੇ ਵੀ ਹੋਏ ਤੇ ਉਹਨਾਂ ਨਾਲ ਵੀ ਇਸ ਤਰ੍ਹਾਂ ਹੋਇਆ, ਤੇ ਘਰ ਵਾਲਿਆਂ ਵਾਸਤੇ ਹੋਏ ਤੇ ਉਹਨਾਂ ਨਾਲ ਵੀ ਇਸ ਤਰ੍ਹਾਂ ਵਾਪਰਿਆ। ਇਹਦੀ ਅਵਸਥਾ ਇਸ ਤਰ੍ਹਾਂ ਦੀ ਹੈ। ਇਸ ਨੂੰ ਸਾਧ ਸੰਗਤ ਜੀ ਮਹਾਰਾਜ ਨੇ ਆਖਿਆ ਪ੍ਰਭ ਕੀ ਆਗਿਆ ਆਤਮ ਹਿਤਾਵੈ, ਜੀਵਨ ਮੁਕਤ ਸੋਗ ਕਹਾਵੈ, ਤੈਸਾ ਹਰਖ ਤੈਸਾ ਉਸ ਸੋਗ, ਸਦਾ ਆਨੰਦ ਤਹਿ ਨਹੀਂ ਵਿਯੋਗ, ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ। ਇਹ ਸਾਡੀ ਸੰਸਾਰੀਆਂ ਤੋਂ ਪਰੇ ਦੀ ਗੱਲ ਹੈ। ਸਾਡੇ ਵਾਸਤੇ ਸਾਰੀਆਂ ਚੀਜ਼ਾਂ ਵੱਖਰੀਆਂ ਵੱਖਰੀਆਂ, ਖੁਸ਼ੀ ਗਮੀ ਵੱਖਰੀ ਵੱਖਰੀ ਹੈ, ਲਾਭ ਘਾਟਾ ਵੱਖਰਾ ਵੱਖਰਾ ਹੈ, ਪਰ ਬ੍ਰਹਮ ਗਿਆਨੀਆਂ ਵਾਸਤੇ ਇੱਕ ਰਸ ਹੈ। ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ, ਤੈਸਾ ਮਾਨ ਤੈਸਾ ਵਿਮਾਨ, ਤੈਸਾ ਰੰਗ ਤੈਸਾ ਰਾਜਾਨ, ਜੋ ਵਰਤਾਏ ਸਾਈ ਜੁਗਤ ਨਾਨਕੋ ਪੁਰਖ ਕਹੀਐ ਜੀਵਨ ਮੁਕਤ। ਐਸੇ ਗੁਰਮੁਖਾਂ ਨੂੰ ਮਹਾਰਾਜ ਨੇ ਆਖਿਆ ਰੰਗ ਹੱਸਦਾ ਹੈ, ਰੰਗ ਰੋਵੈ ਹੈ, ਚੁੱਪ ਵੀ ਕਰ ਜਾਏ। ਪ੍ਰਭੂ ਦੇ ਰੰਗ ਵਿੱਚ ਹੀ ਹੱਸਦੇ ਆ ਤੇ ਉਹਦੇ ਰੰਗ ਵਿੱਚ ਹੀ ਰੋਂਦੇ ਆ, ਤੇ ਉਹਦੇ ਰੰਗ ਪ੍ਰੇਮ ਵਿੱਚ ਹੀ ਚੁੱਪ ਕਰਕੇ ਬਹਿ ਜਾਂਦੇ। ਤੇ ਪ੍ਰਵਾਹ ਕਿਸੇ ਦੀ ਹੈ ਨਹੀਂ, ਪ੍ਰਵਾਹ ਨਾ ਹੀ ਕਿਸੇ ਕੇਰੀ, ਬਾਝ ਸੱਚੇ ਨਾਹ। ਗੁਰੂ ਜੀ ਦੇ ਪਾਵਨ ਇਤਿਹਾਸ ਦੀਆਂ ਵਿਚਾਰਾਂ ਕਰਦੇ ਆ। ਹੋਈਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਜੀ ਗੁਰ ਸੰਗਤ ਜੀ ਖਿਮਾ ਦੇਣੀ। ਦੇਹੋ ਸੱਜਣ ਅਸੀਸ ਅੜੀਆਂ, ਜਿਉ ਹੋਵੈ ਸਾਹਿਬ ਸਿਉ ਮੇਲ। ਹੇ ਗੋਬਿੰਦ ਹੇ ਗੋਪਾਲ, ਹੇ ਦਇਆਲ ਲਾਲ, ਪ੍ਰਾਨ ਨਾਥ ਅਨਾਥ ਸਖੇ, ਦੀਨ ਦਰਦ ਨਿਵਾਰ। ਹੇ
ਸਮਰੱਥ ਅਗਮ ਪੂਰਨ ਮੋਹਿ ਮਇਆ ਧਾਰ ਅੰਧਕੂਪ ਮਹਾ ਭਿਆਨ ਨਾਨਕ ਪਾਰੇ ਉਤਾਰ ਆਏ ਪ੍ਰਭ ਸਰਨਾਗਤੀ ਕਿਰਪਾ ਨਿਧ ਦਇਆਲ ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ ਕਥਾ ਨਿਤਾ ਪ੍ਰਭ ਹੋਤ ਹੈ ਸੁਨੋ ਸਿੰਘ ਸੁਜਾਨ ਨਾਨਕ ਗੁਰ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ ਨਾਨਕ ਗੁਰ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ